गुड मॉर्निंग प्यारे बच्चों। ਅੱਜ जो ਅਸੀਂ पढ़न जा रहे हाँ उस पाठ का नाम है 12वीं क्लास का यूनिट दूसरा। टॉपिक है ਆਟੋਮੋਟਿਵ ਵਾਸ਼ਰ ਅਤੇ ਰਿਬਟਸ। ਆਟੋਮੋਟਿਵ ਵਾਸ਼ਰ ਦੇ ਵਿੱਚ ਅਸੀਂ ਪੜਾਂਗੇ ਕਿ ਵਾਸ਼ਰ ਕੀ ਹੁੰਦੀ ਹੈ, ਆਟੋਮੋਟਿਵ ਵਾਸ਼ਰ ਕਿਸਮਾਂ ਕਿੰਨੀਆਂ ਹੁੰਦੀਆਂ ਹਨ, ਆਟੋਮੋਟਿਵ ਵਾਸ਼ਰ ਕਿਸ ਮਟੀਰੀਅਲ ਦੀ ਬਣੀ ਹੁੰਦੀ ਹੈ, ਰਿਬਟ ਕੀ ਹੁੰਦਾ ਹੈ, ਰਿਬਟ ਜੋ ਹੈ ਕਿੰਨੀ ਕਿਸਮਾਂ ਦੇ ਹੁੰਦੇ ਹਨ ਅਤੇ ਸਰਕਲਿਪ ਕੀ ਹੁੰਦੀ ਹੈ, ਸਰਕਲਿਪ ਦੀ ਵਰਤੋਂ ਆਟੋਮੋਬਾਈਲ ਦੇ ਵਿੱਚ ਕਿੱਥੇ ਕੀਤੀ ਜਾਂਦੀ ਹੈ ਅਤੇ ਸਪਲਿਟ ਪਿਨ ਕੀ ਹੁੰਦੀ ਹੈ, ਸਪਲਿਟ ਪਿਨ ਦੀ ਵਰਤੋਂ ਆਟੋਮੋਬਾਈਲ ਦੇ ਵਿੱਚ ਕਿੱਥੇ ਕੀਤੀ ਜਾਂਦੀ ਹੈ ਅਤੇ ਸਪਰਿੰਗ ਪਿਨ ਕੀ ਹੁੰਦੀ ਹੈ, ਸਪਰਿੰਗ ਪਿਨ ਦੀ ਵਰਤੋਂ ਆਟੋਮੋਬਾਈਲ ਦੇ ਵਿੱਚ ਕਿੱਥੇ ਕੀਤੀ ਜਾਂਦੀ ਹੈ। ਦੂਸਰੇ ਟੌਪਿਕ ਦੇ ਵਿੱਚ ਅਸੀਂ ਪੜਾਂਗੇ ਕਿ ਖਰਾਬ ਫਾਸਟਨਰ ਨੂੰ ਕਿਸ ਤਰ੍ਹਾਂ ਬਦਲਿਆ ਜਾਂ ਰਿਪੇਅਰ ਕੀਤਾ ਜਾਂਦਾ ਹੈ। ਇਸ ਵਿੱਚ ਅਸੀਂ ਪੜਾਂਗੇ ਖਰਾਬ ਹੈਡ ਵਾਲੇ ਪੇਜ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾਂਦਾ ਹੈ ਜਾਂ ਕੱਢਿਆ ਜਾਂਦਾ ਹੈ, ਖਰਾਬ ਹੈਡ ਵਾਲੇ ਪੇਜ ਨੂੰ ਅਸੈਂਬਲੀ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਜਾਂਦਾ ਹੈ, ਖਰਾਬ ਟੁੱਟੇ ਹੋਏ ਹੈਡ ਵਾਲੇ ਪੇਜ ਨੂੰ ਜੋ ਹੈ ਕਿਸ ਤਰ੍ਹਾਂ ਰਿਪੇਅਰ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਅਸੀਂ ਪੜਾਂਗੇ ਕਿ ਜੋ ਹੈ ਖਰਾਬ ਜੋ ਹੈ ਸਟੱਡ ਨੂੰ ਅਸੈਂਬਲੀ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਜਾਂਦਾ ਹੈ, ਅਗਰ ਖਰਾਬ ਹੈਡ ਜੋ ਹੈ ਅਸੈਂਬਲੀ ਦੇ ਉੱਪਰਲੇ ਪਾਸੇ ਹੈ ਉਸ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾਂਦਾ ਹੈ, ਅਗਰ ਖਰਾਬ ਹੈਡ ਜੋ ਹੈ ਅਸੈਂਬਲੀ ਦੇ ਅੰਦਰ ਹੈ ਉਸ ਨੂੰ ਕਿਸ ਤਰ੍ਹਾਂ ਸਟੱਡ ਜੋ ਹੈ ਉਸ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾਂਦਾ ਹੈ। ਆਓ ਫਿਰ ਅਸੀਂ ਚੈਪਟਰ ਨੂੰ ਪੜ੍ਹੀਏ। ਪਿਆਰੇ ਬੱਚਿਓ, ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਆਟੋਮੋਟਿਵ ਵਾਸ਼ਰ ਅਤੇ ਰਿਬਟਸ। ਆਟੋਮੋਟਿਵ ਵਾਸ਼ਰ ਕੀ ਹੁੰਦੇ ਹਨ, ਵਾਸ਼ਰ ਦੀਆਂ ਕਿਹੜੀ-ਕਿਹੜੀ ਸ਼੍ਰੇਣੀਆਂ ਹੁੰਦੀਆਂ ਹਨ, ਵਾਸ਼ਰ ਦੀਆਂ ਕਿਹੜੀ-ਕਿਹੜੀ ਕਿਸਮਾਂ ਹੁੰਦੀਆਂ ਹਨ, ਰਿਬਟ ਕਿਹਨੂੰ ਕਿਹਾ ਜਾਂਦਾ ਹੈ, ਰਿਬਟ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਹਨ, ਸਰਕਲਿਪ ਕੀ ਹੁੰਦੀ ਹੈ, ਸਰਕਲਿਪ ਸਪਲਿਟ ਪਿਨ ਕੀ ਹੁੰਦੀ ਹੈ ਅਤੇ ਇਸ ਨੂੰ ਕਿੱਥੇ ਵਰਤਿਆ ਜਾਂਦਾ ਹੈ, ਸਪਰਿੰਗ ਪਿਨ ਕੀ ਹੁੰਦੀ ਹੈ ਅਤੇ ਇਸ ਨੂੰ ਕਿੱਥੇ ਵਰਤਿਆ ਜਾਂਦਾ ਹੈ। ਪਹਿਲਾਂ ਆਉਂਦਾ ਹੈ ਆਟੋਮੋਟਿਵ ਵਾਸ਼ਰ ਕੀ ਹੁੰਦੀ ਹੈ। ਇੱਕ ਵਾਸ਼ਰ ਇੱਕ ਸ਼ੇਕ ਵਾਲਾ ਪਤਲਾ ਪਲੇਟ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਪਿਆਰੇ ਬੱਚਿਓ ਚਿੱਤਰ ਵਿੱਚ ਦੇਖ ਰਹੇ ਹੋ। ਇੱਕ ਪਤਲੀ ਪਲੇਟ ਹੈ ਜਿਸ ਦੇ ਸੈਂਟਰ ਦੇ ਵਿੱਚ ਸੁਰਾਖ ਹੁੰਦਾ ਹੈ ਜੋ ਆਮ ਤੌਰ ਤੇ ਥ੍ਰੈਡਡ ਫਾਸਟਨਰ ਦੇ ਭਾਗ ਨੂੰ ਵੰਡਣ ਲਈ ਵਰਤਿਆ ਜਾਂਦਾ ਹੈ। ਵਾਸ਼ਰ ਉਹਨਾਂ ਦਾ ਅੰਦਰੂਨੀ ਵਿਆਸ ਜੋ ਹੈ ਬਾਹਰੀ ਵਿਆਸ ਤੋਂ ਚੌੜਾਈ ਤੋਂ ਦੁਗਣਾ ਹੁੰਦਾ ਹੈ। ਵਾਸ਼ਰ ਜੋ ਹੁੰਦਾ ਹੈ ਇਹਦਾ ਜੋ ਅੰਦਰੂਨੀ ਵਿਆਸ ਹੈ, ਜਿਸ ਦਾ ਬਾਹਰੀ ਵਿਆਸ ਹੈ ਅੰਦਰੂਨੀ ਵਿਆਸ ਨਾਲੋਂ ਦੁਗਣਾ ਹੁੰਦਾ ਹੈ। ਇਹ ਜ਼ਰੂਰੀ ਆਟੋ ਫਾਸਟਨਰ ਆਮ ਤੌਰ ਤੇ ਧਾਤ, ਚਮੜੇ, ਪਲਾਸਟਿਕ ਅਤੇ ਰਬੜ ਦੇ ਬਣੇ ਹੁੰਦੇ ਹਨ। ਇਹ ਜੋ ਵਾਸ਼ਰ ਹਨ ਤੁਹਾਨੂੰ ਆਮ ਤੌਰ ਤੇ ਰਬੜ ਦੇ, ਪਲਾਸਟਿਕ ਦੇ ਅਤੇ ਚਮੜੇ ਦੇ, ਧਾਤੂ ਦੇ ਬਣੇ ਹੋਏ ਪ੍ਰਾਪਤ ਹੁੰਦੇ ਹਨ। ਅੱਗੇ ਪਿਆਰੇ ਬੱਚੋ ਆਉਂਦਾ ਹੈ ਵਾਸ਼ਰ ਦੀਆਂ ਸ਼੍ਰੇਣੀਆਂ। ਪਹਿਲੀ ਆਉਂਦੀ ਹੈ ਪਲੇਨ ਵਾਸ਼ਰ। ਇਸ ਤਰ੍ਹਾਂ ਦੀ ਵਾਸ਼ਰ ਤੁਸੀਂ ਦੇਖੀ ਹੋਵੇਗੀ ਜੋ ਭਾਰ ਨੂੰ ਫੈਲਾਉਂਦੇ ਹਨ ਅਤੇ ਸਤ੍ਹਾ ਨੂੰ ਹੋ ਰਹੇ ਹੋਏ ਨੁਕਸਾਨ ਤੋਂ ਰੋਕਦੇ ਹਨ ਜਾਂ ਕਿਸੇ ਤਰ੍ਹਾਂ ਦੇ ਇਨਸੂਲੇਸ਼ਨ ਪ੍ਰਦਾਨ ਕਰਦੇ ਹਨ, ਜਿਵੇਂ ਕਿ ਇਲੈਕਟ੍ਰੀਕਲ। ਪਲੇਨ ਵਾਸ਼ਰ ਦੀ ਵਰਤੋਂ ਅਸੀਂ ਇਨਸੂਲੇਸ਼ਨ ਪ੍ਰਾਪਤ ਕਰਨ ਦੇ ਲਈ, ਜਾਂ ਮੰਨ ਲਓ ਅਗਰ ਕਿਸੇ ਜਗ੍ਹਾ ਦੇ ਉੱਤੇ ਜੋ ਹੈ ਸੁਰਾਖ ਜੋ ਹੈ ਅਲਾਈਨ ਨਹੀਂ ਹੈ ਜਾਂ ਸੁਰਾਖ ਥੋੜ੍ਹਾ ਜਿਹਾ ਵੱਡਾ ਹੈ, ਉੱਥੇ ਵੀ ਅਸੀਂ ਇਸ ਤਰ੍ਹਾਂ ਦੇ ਵਾਸ਼ਰ ਦੀ ਵਰਤੋਂ ਕਰ ਸਕਦੇ ਹਾਂ। ਸਪਰਿੰਗ ਵਾਸ਼ਰ, ਜਿਸ ਨੂੰ ਲੋਕਿੰਗ ਵਾਸ਼ਰ ਵੀ ਕਿਹਾ ਜਾਂਦਾ ਹੈ, ਜੋ ਕਿ ਐਕਸੀਅਲ ਲਚਕਤਾ ਹੈ ਅਤੇ ਵਾਈਬ੍ਰੇਸ਼ਨ ਨਾਲ ਢਿੱਲਾ ਹੋਣ ਤੋਂ ਰੋਕਦੇ ਹਨ। ਇਹ ਨਟ ਬੋਲਟ ਨੂੰ ਵਾਈਬ੍ਰੇਸ਼ਨ ਦੇ ਦੁਆਰਾ ਢਿੱਲਾ ਹੋਣ ਤੋਂ ਰੋਕਦੇ ਹਨ। ਇਹ ਜ਼ਿਆਦਾਤਰ ਤੁਸੀਂ ਪਿਆਰੇ ਬੱਚਿਓ ਦੇਖੇ ਹੋਣਗੇ। ਇਸ ਤਰ੍ਹਾਂ ਦੇ ਵਾਸ਼ਰ ਤੁਹਾਨੂੰ ਸ਼ਾਫਟਾਂ ਦੇ ਨੇੜੇ, ਜਿਸ ਤਰ੍ਹਾਂ ਪ੍ਰੋਪੈਲਰ ਸ਼ਾਫਟ ਹੈ ਉਸ ਦੇ ਬੋਲਟ ਲਾਗੇ, ਜਾਂ ਤੁਹਾਡੀ ਡਰਾਈਵ ਸ਼ਾਫਟ ਹੈ ਉਸ ਦੇ ਬੋਲਟ ਲਾਗੇ, ਜਿੱਥੇ ਵਾਈਬ੍ਰੇਸ਼ਨ ਦੇ ਦੁਆਰਾ ਕੋਈ ਬੋਲਟ ਖੁੱਲ੍ਹ ਸਕਦਾ ਹੈ, ਉੱਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਲੋਕਿੰਗ ਵਾਸ਼ਰ ਦੀ ਵਰਤੋਂ ਲੋਕਿੰਗ ਯੰਤਰ ਨੂੰ ਢਿੱਲਾ ਹੋਣ ਤੋਂ ਬਚਾਉਂਦੀ ਹੈ। ਇਹ ਵਾਸ਼ਰ ਜੋ ਹੈ ਇਸੇ ਤਰ੍ਹਾਂ ਦੀ ਹੀ ਲੋਕਿੰਗ ਵਾਸ਼ਰ ਨੂੰ ਵੀ ਅਸੀਂ ਲੋਕਿੰਗ ਵਾਸ਼ਰ ਵੀ ਕਹਿੰਦੇ ਹਾਂ। ਅੱਗੇ ਆਉਂਦਾ ਹੈ ਫਲੈਟ ਵਾਸ਼ਰ। ਫਲੈਟ ਵਾਸ਼ਰ ਦੀ ਵਰਤੋਂ ਬੋਲਟ ਜਾਂ ਨਟ ਦੇ ਸਿਰ ਹੇਠ ਆਮ ਤੋਂ ਵਰਤੋਂ ਲਈ ਇੱਕ ਵਿਘਟਨ ਬੇਅਰਿੰਗ ਸਤ੍ਹਾ ਪ੍ਰਦਾਨ ਕਰਨ ਅਤੇ ਫਾਸਟਨਰ ਦਾ ਭਾਰ ਇੱਕ ਵਿਸ਼ਾਲ ਸਤ੍ਹਾ ਖੇਤਰ ਉੱਤੇ ਵੰਡਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਫਲੈਟ ਜੋ ਵਾਸ਼ਰ ਹੁੰਦੀ ਹੈ ਇਸ ਦੀ ਵਰਤੋਂ ਪਿਆਰੇ ਬੱਚਿਓ ਜੋ ਹੈ ਸਤ੍ਹਾ ਉੱਤੇ ਜੋ ਹੈ ਬੋਲਟ ਦਾ ਭਾਰ ਜੋ ਹੈ ਬਖੇਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਕਿ ਜੋ ਥ੍ਰੈਡ ਅਸੀਂ ਕੀਤੇ ਹੋਏ ਹਨ ਜਾਂ ਜੋ ਅਸੀਂ ਪਾਰਟਸ ਦੇ ਉੱਤੇ ਸੁਰਾਖ ਕੀਤੇ ਹੋਏ ਹਨ ਉਹਨਾਂ ਉੱਤੇ ਕੋਈ ਵੀ ਅਸਰ ਨਾ ਪਵੇ। ਅਗਰ ਤੁਸੀਂ ਦੇਖਿਆ ਹੋਏਗਾ ਕਿ ਬੋਲਟ ਦੇ ਉੱਤੇ ਜਿੱਥੇ ਅਸੀਂ ਵਾਸ਼ਰ ਨਹੀਂ ਵਰਤਦੇ ਹਾਂ ਉਸ ਦੇ ਬੋਲਟ ਜਦੋਂ ਓਵਰ ਟਾਈਟ ਕਰਨ ਨਾਲ ਉਹ ਹਿੱਸਾ ਜੋ ਹੈ ਚੂੜੀ ਵੀ ਖਰਾਬ ਹੋ ਜਾਂਦੀ ਹੈ।
ਕਈ ਵਾਰ ਵਾਸ਼ਰ ਨੂੰ ਅਸੀਂ ਜੋ ਹੈ ਕਿਸੇ ਵਸਤੂ ਦੇ ਵਿੱਚ ਅਗਰ ਉਹ ਗੈਪ ਜ਼ਿਆਦਾ ਹੈ ਉਸ ਨੂੰ ਭਰਨ ਦੇ ਲਈ ਵੀ ਵਾਸ਼ਰ ਦੀ ਵਰਤੋਂ ਕਰਦੇ ਹਾਂ। ਅੱਗੇ ਪਿਆਰੇ ਬੱਚਿਓ ਆਉਂਦਾ ਹੈ ਫੈਂਡਰ ਵਾਸ਼ਰ। ਇਸ ਨੂੰ ਅਸੀਂ ਫੈਂਡਰ ਵਾਸ਼ਰ ਵੀ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਦੀ ਵਰਤੋਂ ਜੋ ਹੈ ਗੱਡੀਆਂ ਦੇ ਫੈਂਡਰ ਦੇ ਵਿੱਚ ਪੇਚ ਨਾਲ ਕੀਤੀ ਜਾਂਦੀ ਹੈ। ਤੇ ਇਸ ਤਰ੍ਹਾਂ ਦੀ ਵਾਸ਼ਰ ਦੀ ਵਰਤੋਂ ਅਸੀਂ ਮੱਡ ਫਲੈਪ ਲਗਾਉਂਦੇ ਹਾਂ ਕਾਰ ਦੇ ਵਿੱਚ, ਉੱਥੇ ਵੀ ਕੀਤੀ ਜਾਂਦੀ ਹੈ। ਫੈਂਡਰ ਵਾਸ਼ਰ ਇੱਕ ਫਲੈਸ਼ ਵਾਸ਼ਰ ਹੁੰਦਾ ਹੈ ਜਿਸ ਦਾ ਬਾਹਰੀ ਵਿਆਸ ਖਾਸ ਤੌਰ ਤੇ ਇਸ ਦੇ ਕੇਂਦਰੀ ਮੋਰੀ ਦੇ ਅਨੁਪਾਤ ਤੋਂ ਵੱਡਾ ਹੁੰਦਾ ਹੈ। ਉਹ ਪਤਲੇ ਸੀਟ ਧਾਤੂ ਦੇ ਉੱਤੇ ਭਾਰ ਨੂੰ ਫੈਲਾਉਣ ਲਈ ਆਮ ਤੌਰ ਤੇ ਵਰਤਿਆ ਜਾਂਦਾ ਹੈ ਅਤੇ ਵਾਹਨ ਫੈਂਡਰਾਂ ਦੀ ਉਹਨਾਂ ਦੀ ਵਰਤੋਂ ਤੇ ਇਸ ਦਾ ਨਾਮ ਦਿੱਤਾ ਗਿਆ ਹੈ। ਵਾਹਨ ਦੇ ਫੈਂਡਰਾਂ ਦੇ ਵਿੱਚ ਅਸੀਂ ਸਕਰੂ ਲਗਾਉਣ ਲਈ ਫੈਂਡਰ ਲਾਈਨਿੰਗ ਲਗਾਉਣ ਦੇ ਲਈ ਇਸ ਤਰ੍ਹਾਂ ਦੇ ਵਾਸ਼ਰ ਦੀ ਵਰਤੋਂ ਕਰਦੇ ਹਾਂ। ਫਿਨਿਸ਼ ਵਾਸ਼ਰ ਕੀ ਹੁੰਦੀ ਹੈ? ਕਾਊਂਟਰ ਸ਼ੰਕ ਦੇ ਹੈੱਡ ਇੱਕ ਮੁਕੰਮਲ ਦਿੱਖ ਪ੍ਰਦਾਨ ਕਰਨ ਲਈ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਦੇ ਪਿਆਰੇ ਬੱਚਿਓ ਕੀ ਹੁੰਦਾ ਹੈ? ਇੱਕ ਕਟੋਰੀ ਟੈਪ ਦੀ ਵਾਸ਼ਰ ਹੁੰਦੀ ਹੈ। ਇਸ ਦੀ ਵਰਤੋਂ ਜੋ ਹੈ ਜਿੱਥੇ ਕਾਊਂਟਰ ਸ਼ੰਕ ਅਸੀਂ ਵੋਲਟ ਲਗਾਉਂਦੇ ਹਾਂ ਜਾਂ ਪੇਚ ਲਗਾਉਂਦੇ ਹਾਂ ਉੱਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਪਲਿਟ ਲੌਕ। ਇੱਕ ਸਪਲਿਟ ਲੌਕ ਵਾਸ਼ਰ ਦਾ ਕੰਮ ਨਟ ਅਤੇ ਬੋਲਟ ਨੂੰ ਢਿੱਲਾ ਹੋਣ ਤੋਂ ਬਚਾਉਣਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਇਸ ਦੇ ਦੋ ਸਿਰੇ ਹੁੰਦੇ ਹਨ। ਇੱਕ ਸਿਰਾ ਜੋ ਹੈ ਥੱਲੇ ਬੋਲਟ ਦੇ ਥੱਲੇ ਪਾਸੇ ਫਿਕਸ ਕਰ ਦਿੰਦਾ ਹੈ। ਜਦੋਂ ਅਸੀਂ ਪੂਰਾ ਬੋਲਟ ਨੂੰ ਟਾਈਟ ਕਰਦੇ ਹਾਂ ਇਹ ਜੋ ਹੈ ਫਲੈਟ ਹੋ ਜਾਂਦਾ ਹੈ। ਇਸ ਦੇ ਕਾਰਨ ਕੀ ਹੈ? ਉਹ ਨਟ ਅਤੇ ਬੋਲਟ ਨੂੰ ਜੋ ਹੈ ਖੁੱਲਣ ਤੋਂ ਢਿੱਲੇ ਹੋਣ ਤੋਂ ਬਚਾਉਂਦਾ ਹੈ। ਅੱਗੇ ਪਿਆਰੇ ਬੱਚਿਓ ਆਉਂਦਾ ਹੈ ਵਾਸ਼ਰ ਦੀ ਕਿਸਮਾਂ ਦੇ ਵਿੱਚ ਬਾਹਰੀ ਦੰਦ ਲੌਕ। ਇਸ ਦੇ ਦੇਖੋ ਪਿਆਰੇ ਬੱਚਿਓ ਇਹ ਜੋ ਦੰਦੇ ਹਨ ਬਾਹਰਲੇ ਪਾਸੇ ਜੋ ਹਨ ਟੀਥ ਬਣੇ ਹੋਏ ਹਨ। ਇੱਕ ਦੰਦ ਵਾਲਾ ਲੌਕ ਵਾਸ਼ਰ ਜਾਂ ਸਟਾਰ ਵਾਸ਼ਰ ਵੀ ਇਸਨੂੰ ਅਸੀਂ ਕਹਿੰਦੇ ਹਾਂ ਦੀਆਂ ਉਹ ਸੇਵਾਵਾਂ ਹਨ ਜੋ ਰੇਡੀਅਲ ਰੂਪ ਦੇ ਵਿੱਚ ਫੈਲਦੀਆਂ ਹਨ ਜੋ ਕਿ ਸੈਰਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਇੱਕ ਨਰਮ ਘਟਾਉਣਾ ਦੇ ਨਾਲ ਵਰਤਣ ਵੇਲੇ ਲੌਕ ਵਾਸ਼ਰ ਦਾ ਕੰਮ ਕਰਦਾ ਹੈ ਜਿਵੇਂ ਕਿ ਐਲੂਮੀਨੀਅਮ ਜਾਂ ਪਲਾਸਟਿਕ ਅਤੇ ਘੁੰਮਣ ਨੂੰ ਘਟਾਉਣਾ ਇੱਕ ਪਲੇਨ ਵਾਸ਼ਰ ਤੋਂ ਵੱਧ ਸਖਤ ਸਤ੍ਹਾ ਦਾ ਵਿਰੋਧ ਕਰੇ। ਪਿਆਰੇ ਬੱਚਿਓ ਇਹਦੇ ਜੋ ਦੰਦੇ ਹਨ ਜਦੋਂ ਅਸੀਂ ਇਸ ਉੱਤੇ ਨਟ ਟਾਈਟ ਕਰ ਦਿੰਦੇ ਹਾਂ ਇਹਨਾਂ ਦੰਦਿਆਂ ਨੂੰ ਮੋੜ ਦਿੱਤਾ ਜਾਂਦਾ ਹੈ ਤਾਂ ਕਿ ਘੁੰਮਦੇ ਹੋਏ ਪਾਰਟ ਦੇ ਜੋ ਹੈ ਉਸ ਨੂੰ ਇਹ ਨਟ ਨੂੰ ਟਾਈਟ ਕਰ ਦਿੰਦਾ ਹੈ ਅਤੇ ਇਸ ਨੂੰ ਖੁੱਲਣ ਤੋਂ ਬਚਾਉਂਦਾ ਹੈ। ਅੰਦਰੂਨੀ ਦੰਦੇਦਾਰ ਲੌਕ। ਇੱਕ ਸਟਾਈਲ ਵਿੱਚ ਅੰਦਰੂਨੀ ਕਿਨਾਰੇ ਤੇ ਦੰਦੇ ਹੁੰਦੇ ਹਨ ਜੋ ਇਸ ਨੂੰ ਵਧੀਆ ਦਿੱਖ ਦਿੰਦੇ ਹਨ। ਇਸ ਦੀ ਪਿਆਰੇ ਬੱਚਿਓ ਇਹ ਜੋ ਹੈ ਵਾਸ਼ਰ ਹੈ ਇਹ ਜੋ ਅੰਦਰਲੇ ਦੰਦੇ ਜੋ ਹਨ ਇਹ ਥ੍ਰੈਡ ਨੂੰ ਲੌਕ ਕਰ ਦਿੰਦੇ ਹਨ। ਇਹ ਜੋ ਹੈ ਬੋਲਟ ਨੂੰ ਜਾਂ ਨਟ ਨੂੰ ਘੁੰਮਣ ਤੋਂ ਬਚਾਉਂਦਾ ਹੈ। ਚੋਰਸ ਵਾਸ਼ਰ। ਚੋਰਸ ਪਲੇਟ ਵਾਸ਼ਰ ਜੋ ਹੈ ਪਿਆਰੇ ਬੱਚਿਓ ਉੱਥੇ ਵਰਤੀ ਜਾਂਦੀ ਹੈ ਜਿੱਥੇ ਜੋ ਹੈ ਚੋਰਸ ਨਟ ਲੱਗਿਆ ਹੋਵੇ। ਜਾਂ ਤਾਂ ਤੁਸੀਂ ਦੇਖਿਆ ਹੋਵੇਗਾ ਦਰਵਾਜ਼ਿਆਂ ਦੇ ਅਰਲ ਦੇ ਵਿੱਚ ਚੋਰਸ ਨਟ ਲਗਾਉਂਦੇ ਹਾਂ ਉੱਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਚੋਰਸ ਫਲੈਟ ਵਾਸ਼ਰ ਘੱਟ ਕਾਰਬਨ ਵਾਲੇ ਸਟੀਲ ਦੀ ਬਣੀ ਹੁੰਦੀ ਹੈ। ਇਸ ਦਾ ਗੋਲ ਵਾਸ਼ਰ ਨਾਲੋਂ ਜ਼ਿਆਦਾ ਸਤ੍ਹਾ ਦਾ ਖੇਤਰਫਲ ਹੁੰਦਾ ਹੈ। ਇਹਨਾਂ ਦਾ ਲੱਕੜੀ ਦੇ ਨਾਲ ਜ਼ਿਆਦਾਤਰ ਰਗੜ ਵੱਲ ਹੋਣ ਕਰਕੇ ਇਸ ਨੂੰ ਭੂਚਾਲ ਵਾਲੇ ਕਾਰਜਾਂ ਲਈ ਪ੍ਰਮਾਣਿਤ ਕੀਤਾ ਜਾਂਦਾ ਹੈ। ਇਹ ਅਕਸਰ ਲੱਕੜੀ ਦੇ ਕੰਮਾਂ ਵਿੱਚ ਵਰਤਿਆ ਜਾਂਦੀਆਂ ਹਨ। ਅੱਗੇ ਪਿਆਰੇ ਬੱਚਿਓ ਆਉਂਦਾ ਹੈ ਓਜੀ ਵਾਸ਼ਰ। ਓਜੀ ਕਰਵ ਆਕਾਰ ਦੀ ਵੱਡੀ ਲੋਹੇ ਦੀ ਵਾਸ਼ਰ ਹੁੰਦੀ ਹੈ। ਇਸ ਨੂੰ ਡੋਕ ਅਤੇ ਲੱਕੜ ਦੇ ਨਿਰਮਾਣ ਕੰਮਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦਾ ਆਕਾਰ ਵੱਡਾ ਹੁੰਦਾ ਹੈ ਤਾਂ ਜੋ ਕਿ ਲੱਕੜ ਦੇ ਵਿੱਚ ਦੱਬ ਨਾ ਸਕਣ। ਪਿਆਰੇ ਬੱਚਿਓ ਇਸ ਤਰ੍ਹਾਂ ਦੀ ਵਾਸ਼ਰ ਜੋ ਹੁੰਦੀ ਹੈ ਇਸ ਨੂੰ ਲੱਕੜ ਦੇ ਕੰਮਾਂ ਦੇ ਵਿੱਚ ਜ਼ਿਆਦਾਤਰ ਵਰਤਿਆ ਜਾਂਦਾ ਹੈ। ਸੀਲਿੰਗ ਵਾਸ਼ਰ ਦੀ ਵਰਤੋਂ ਪਿਆਰੇ ਬੱਚਿਓ ਸੀਲਿੰਗ ਵਾਸ਼ਰ ਕੰਪਨ ਰੋਧਕ ਹੁੰਦੀ ਹੈ ਜਿਸ ਦੇ ਵਿੱਚ ਇੱਕ ਰਬੜ ਦੇ ਹਿੱਸੇ ਨੂੰ ਢਾਲ ਕੇ ਇੱਕ ਸਟੇਨਲੈਸ ਸਟੀਲ ਦੇ ਵਾਸ਼ਰ ਨਾਲ ਜੋੜਿਆ ਜਾਂਦਾ ਹੈ। ਇਹ ਸੀਲਿੰਗ ਵਾਸ਼ਰ ਸੀਲਿੰਗ ਪੈਨਲਾਂ ਦੇ ਪੇਚਾਂ ਬੋਲਟਾਂ ਜਾਂ ਸਟੱਡਾਂ ਦੇ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਕਸਣ ਤੇ ਸ਼ੈਂਕ ਤੇ ਚੂੜੀ ਵਾਲੀ ਸਤ੍ਹਾ ਦੇ ਵਿੱਚ ਅਤੇ ਨਾਲ ਵਾਸ਼ਰ ਦੇ ਆਲੇ ਦੁਆਲੇ ਵੀ ਇੱਕ ਸੀਲ ਬਣ ਜਾਂਦੀ ਹੈ। ਇਸ ਦੇ ਪਿਆਰੇ ਬੱਚੇ ਇੱਕ ਸਟੀਲ ਦੀ ਵਾਸ਼ਰ ਦੇ ਉੱਤੇ ਸੀਲਿੰਗ ਮਟੀਰੀਅਲ ਲਗਾਇਆ ਹੁੰਦਾ ਹੈ। ਇਸ ਦੀ ਵਰਤੋਂ ਅਸੀਂ ਕਿਸੇ ਵੀ ਜਗ੍ਹਾ ਜਿੱਥੇ ਲਿਕੁਇਡ ਨੂੰ ਰੁੜਨ ਤੋਂ ਬਚਾਉਣ ਦੇ ਲਈ ਲੀਕੇਜ ਤੋਂ ਬਚਾਉਣ ਦੇ ਲਈ ਅਸੀਂ ਇੱਥੇ ਬੋਲਟ ਲਗਾਉਂਦੇ ਹਾਂ। ਜਿੱਥੇ ਕਿਤੇ ਵੀ ਲਿਕੁਇਡ ਨੂੰ ਅਸੀਂ ਉਸ ਨੂੰ ਅਗਰ ਲਿਕੁਇਡ ਲੀਕ ਨਾ ਕਰੇ ਉੱਥੇ ਸੀਲਿੰਗ ਵਾਸ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਪਿਆਰੇ ਬੱਚਿਓ ਅੱਗੇ ਆਉਂਦਾ ਹੈ ਰਿਬਟ। ਤੁਸੀਂ ਦੇਖ ਰਹੇ ਹੋ ਰਿਬਟ ਜੋ ਹੈ ਤੁਸੀਂ ਆਮ ਦੇਖੇ ਹੋਣਗੇ ਜਾਂ ਤਾਂ ਤੁਸੀਂ ਰਿਬਟ ਜੋ ਹਨ ਤੁਸੀਂ ਜੋ ਪੁਲ ਹੁੰਦੇ ਹਨ ਪੁਲ ਦੇ ਵਿੱਚ ਜੋ ਉਹਨਾਂ ਪਿਲਰ ਹੁੰਦੇ ਹਨ ਉਹ ਜੋੜਿਆ ਜਾਂਦਾ ਹੈ ਰਿਬਟ ਦੇ ਨਾਲ ਜੋੜਿਆ ਜਾਂਦਾ ਹੈ। ਰਿਬਟ ਪਿਆਰੇ ਬੱਚੇ ਗੱਲ ਧਿਆਨ ਰੱਖਣਾ ਹੈ ਰਿਬਟ ਜੋ ਹੈ ਪਰਮਾਨੈਂਟ ਜੁਆਇੰਟ ਹੁੰਦਾ ਹੈ। ਜਦੋਂ ਵੀ ਅਸੀਂ ਰਿਬਟ ਟੁੱਟ ਜਾਂਦਾ ਹੈ ਅਤੇ ਖਰਾਬ ਹੋ ਜਾਂਦਾ ਹੈ ਤਾਂ ਇਸ ਨੂੰ ਜੋ ਹੈ ਛਾਣੀ ਦੇ ਨਾਲ ਤੋੜ ਕੇ ਹੀ ਰਿਬਟ ਦੇ ਹੈੱਡ ਨੂੰ ਤੋੜ ਕੇ ਹੀ ਰਿਬਟ ਨੂੰ ਬਾਹਰ ਕੱਢਿਆ ਜਾਂਦਾ ਹੈ। ਰਿਬਟ ਦੀ ਤੁਸੀਂ ਪਿਆਰੇ ਬੱਚਿਓ ਆਮ ਵਰਤੋਂ ਤੁਸੀਂ ਦੇਖੀ ਹੋਏਗੀ ਅਸੀਂ ਘਰ ਟਰੰਕ ਜਾਂ ਪੇਟੀਆਂ ਬਣਾਉਂਦੇ ਹਾਂ ਉਸ ਦੇ ਵਿੱਚ ਵੀ ਰਿਬਟ ਸ਼ੀਟ ਮੈਟਲ ਉੱਤੇ ਰਿਬਟ ਲੱਗੇ ਹੁੰਦੇ ਹਨ।
ਰਿਬਨ ਨੂੰ ਜਦੋਂ ਵੀ ਨਵਾਂ ਲਗਾਇਆ ਜਾਂਦਾ ਹੈ ਉਸ ਦੇ ਹੈਡ ਨੂੰ ਤੋੜ ਕੱਟ ਕੇ ਹੀ ਨਵਾਂ ਲਗਾਇਆ ਜਾਂਦਾ ਹੈ। ਜਦੋਂ ਤੁਸੀਂ ਫੋਲਡਿੰਗ ਮੰਜੇ ਦੇਖੇ ਹੋਣਗੇ ਉਸ ਦੇ ਵਿੱਚ ਵੀ ਜੋ ਹਨ ਪੱਤੀਆਂ ਜੋੜੀਆਂ ਹੁੰਦੀਆਂ ਹਨ ਉਹ ਰਿਬਨ ਦੇ ਨਾਲ ਹੀ ਜੋੜੀਆਂ ਹੁੰਦੀਆਂ ਹਨ। ਰਿਬਨ ਨੂੰ ਅਕਸਰ ਅਰਧ ਸਥਾਈ ਮਕੈਨੀਕਲ ਫਾਸਟਨਰ ਮੰਨਿਆ ਜਾਂਦਾ ਹੈ, ਜਿਸ ਦੀ ਇੱਕ ਸਿਲੰਡਰੀਕਲ ਸ਼ਾਫਟ ਹੁੰਦੀ ਹੈ ਜਿਹਦੇ ਇੱਕ ਪਾਸੇ ਹੈਡ ਅਤੇ ਦੂਸਰੇ ਪਾਸੇ ਨੂੰ ਬਕ ਟੇਲ ਕਿਹਾ ਜਾਂਦਾ ਹੈ। ਰਿਬਨ ਆਟੋਮੋਟਿਵ ਫਾਸਟਨਰ ਦੀ ਸਭ ਤੋਂ ਪੁਰਾਣੀ ਕਿਸਮ ਹੈ ਜੋ ਪੁਰਾਤਨ ਲੱਕੜ ਦੀ ਕਿਸ਼ਤੀਆਂ ਲਈ ਵਰਤੇ ਜਾਂਦੇ ਸਨ। ਅੱਜ ਕੱਲ੍ਹ ਰਿਬਨ ਕਈ ਕਿਸਮਾਂ ਦੇ ਕਾਰਜਾਂ ਜਿਵੇਂ ਵਾਹਨ ਦੀ ਬੋਡੀ, ਜਹਾਜ਼, ਪੁਲ, ਕਰੇਨ, ਬਿਲਡਿੰਗ ਫਰੇਮ ਆਦਿ ਲਈ ਵਰਤੇ ਜਾਂਦੇ ਹਨ। ਰਿਬਟਿੰਗ ਧਾਤੂਆਂ ਨੂੰ ਜੋੜਨ ਦਾ ਸਭ ਤੋਂ ਪੁਰਾਣਾ ਤਰੀਕਾ ਹੈ ਅਤੇ ਇਸ ਵਿੱਚ ਜੁੜਨ ਵਾਲੇ ਭਾਗਾਂ ਦੇ ਵਿੱਚ ਛੇਕ ਕਰਕੇ ਉਹਨਾਂ ਵਿੱਚ ਰਿਬਨ ਪਾ ਦਿੱਤਾ ਜਾਂਦਾ ਹੈ, ਜਿਸ ਦੇ ਸਿਰੇ ਇੱਕ ਸਿਰੇ ਤੇ ਸੱਟ ਨਾਲ ਉਸ ਨੂੰ ਸ਼ਾਫਟ ਦੇ ਵਿਆਸ ਦਾ 1.5 ਗੁਣਾ ਕਰ ਦਿੱਤਾ ਜਾਂਦਾ ਹੈ। ਜੋੜ ਨੂੰ ਖੋਲ੍ਹਣ ਲਈ ਸੱਟ ਵਾਲੇ ਸਿਰੇ ਨੂੰ ਗ੍ਰਾਈਂਡ ਕਰਕੇ ਜਾਂ ਛੈਣੀ ਨਾਲ ਹਟਾਇਆ ਜਾ ਸਕਦਾ ਹੈ। ਰਿਬਨ ਦੇ ਦੋਵੇਂ ਪਾਸੇ ਹੈਡ ਹੋਣ ਕਰਕੇ ਇਹ ਖਿੱਚ ਦੇ ਭਾਰ ਤੇ ਇਸ ਦੇ 90 ਡਿਗਰੀ ਕੋਣ ਤੇ ਪੈਦਾ ਹੋਏ ਸ਼ੀਅਰ ਲੋਡ ਨੂੰ ਵੀ ਸਹਾਰ ਸਕਦਾ ਹੈ। ਬੋਲਟ ਅਤੇ ਪੇਚ ਖਿੱਚ ਵਾਲੇ ਕਾਰਜਾਂ ਲਈ ਸਭ ਤੋਂ ਵਧੀਆ ਸਾਬਤ ਹੁੰਦੇ ਹਨ। ਪਿਆਰੇ ਬੱਚਿਓ, ਰਿਬਨ ਜੋ ਹੈ ਤੁਸੀਂ ਦੇਖਿਆ ਜਦੋਂ ਅਸੀਂ ਇੱਕ ਪਾਸੇ ਰਿਬਨ ਨੂੰ ਇੱਕ ਪਾਸੇ ਹੈਡ ਹੁੰਦਾ ਹੈ ਦੂਸਰੇ ਪਾਸੇ ਅਸੀਂ ਇਸ ਨੂੰ ਥੋੜ੍ਹੀ ਨਾ ਸੱਟ ਮਾਰ ਕੇ ਉਸ ਦੇ ਦੂਸਰੇ ਸਿਰੇ ਨੂੰ ਬਿਠਾਉਂਦੇ ਹਾਂ, ਉਹ ਜੋ ਹੈ ਉਸ ਦਾ ਅੰਦਰਲਾ ਡਾਇਆ ਜੋ ਹੈ 1.5 ਗੁਣਾ ਵੱਧ ਜਾਂਦਾ ਹੈ, ਜੋ ਦੋਨਾਂ ਪਾਰਟਸ ਦੇ ਵਿੱਚ ਜੋ ਹੈ ਟਾਈਟ ਹੋ ਜਾਂਦਾ ਹੈ ਅਤੇ ਇਸ ਦੇ ਕਾਰਨ ਜੋ ਹੈ ਦੋਨੇ ਪਾਰਟ ਜੋ ਹਨ ਵਧੀਆ ਤਰੀਕੇ ਨਾਲ ਆਪਸ ਵਿੱਚ ਜੁੜ ਜਾਂਦੇ ਹਨ। ਅੱਗੇ ਪਿਆਰੇ ਬੱਚਿਓ ਆਉਂਦਾ ਹੈ ਰਿਬਨ ਦੀਆਂ ਕਿਸਮਾਂ। ਯੂਨੀਵਰਸਲ ਰਿਬਨ, ਇਹ ਆਮ ਤੌਰ ਤੇ ਹਰ ਪਾਰਟਸ ਨੂੰ ਜੋੜਨ ਲਈ ਵਰਤੇ ਜਾਂਦੇ ਹਨ। ਕੋਨ ਹੈਡ ਰਿਬਨਸ, ਰਾਉਂਡ ਟੋਪ ਰਿਬਨਸ, ਬਟਨ ਹੈਡ ਰਿਬਨਸ, ਟਰਸ ਹੈਡ ਰਿਬਨ। ਇਸ ਤਰ੍ਹਾਂ ਪਿਆਰੇ ਬੱਚਿਓ ਇਹ ਸਾਰੀਆਂ ਬਹੁਤ ਸਾਰੀਆਂ ਰਿਬਨ ਦੀਆਂ ਕਿਸਮਾਂ ਹਨ। ਤੁਸੀਂ ਬੱਚਿਓ ਪਿਆਰੇ ਬੱਚਿਓ ਰਿਬਨ ਦੀ ਤੁਸੀਂ ਇੱਕ ਉਦਾਹਰਨ ਜੋ ਹੈ ਜੀਨ ਦੀ ਪੈਂਟ ਜੋ ਹੁੰਦੀ ਹੈ, ਪੈਂਟ ਦੇ ਵਿੱਚ ਜੋ ਬਟਨ ਲੱਗਾ ਹੁੰਦਾ ਹੈ ਉਸ ਨੂੰ ਵੀ ਰਿਬਨ ਦੀ ਵਿਧੀ ਦੁਆਰਾ ਹੀ ਜੋ ਹੈ ਉਸ ਨੂੰ ਜੋ ਹੈ ਅਸੀਂ ਲਗਾਉਂਦੇ ਹਾਂ। ਉੱਥੇ ਵੀ ਰਿਬਨ ਦਾ ਜੋ ਹੈ ਪ੍ਰੋਫਾਈਲ ਦੀ ਵਰਤੋਂ ਕੀਤੀ ਜਾਂਦੀ ਹੈ। ਰਿਬਨ ਸੈੱਟ ਹੱਥ ਵਾਲੇ ਰਿਬਨ ਸੈੱਟ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਜਿਹੜੀ ਚਾਦਰਾਂ ਨੂੰ ਜੋੜਨਾ ਹੋਵੇ ਉਹਨਾਂ ਵਿੱਚ ਰਿਬਨ ਦੀ ਸ਼ੈਂਕ ਦੇ ਆਕਾਰ ਜਿੰਨਾ ਡਿਲ ਕਰੋ। ਸਭ ਤੋਂ ਪਹਿਲਾਂ ਅਸੀਂ ਜਿਹਨਾਂ ਚਾਦਰਾਂ ਨੂੰ ਅਸੀਂ ਜੋੜਨਾ ਹੈ ਜਿੰਨੇ ਮੋਟਾ ਆਕਾਰ ਦਾ ਰਿਬਨ ਹੈ ਉਸ ਦੇ ਉਨੇ ਆਕਾਰ ਦਾ ਉਸ ਵਿੱਚ ਡਿਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਛੇਕਾਂ ਨੂੰ ਮਿਲਾਓ ਅਤੇ ਉਹਨਾਂ ਵਿੱਚ ਰਿਬਨ ਪਾ ਦਿਓ। ਰਿਬਨ ਸੈੱਟ ਦੇ ਡੂੰਘੇ ਛੇਕ ਦੀ ਵਰਤੋਂ ਸੀਟ ਚਾਦਰ ਅਤੇ ਰਿਬਨ ਨੂੰ ਇਕੱਲੇ ਕਰਨ ਲਈ ਕੀਤੀ ਜਾਂਦੀ ਹੈ। ਰਿਬਨ ਸੈੱਟ ਦਾ ਛੇਕ ਹਮੇਸ਼ਾ ਰਿਬਨ ਦੇ ਵਿਆਸ ਨਾਲੋਂ ਥੋੜ੍ਹਾ ਜਿਹਾ ਵੱਡਾ ਹੋਣਾ ਚਾਹੀਦਾ ਹੈ। ਰਿਬਨ ਦੇ ਸ਼ੈਂਕ ਨੂੰ ਹਥੌੜੇ ਨਾਲ ਸੱਟ ਲਗਾਈ ਜਾਂਦੀ ਹੈ ਅਤੇ ਰਿਬਨ ਸੈੱਟ ਦੇ ਕੋਨ ਦੇ ਛੇਕ ਨੂੰ ਰਿਬਨ ਦੇ ਉੱਭਰਦੇ ਸਿਰੇ ਉੱਤੇ ਰੱਖਿਆ ਜਾਂਦਾ ਹੈ। ਇਹ ਰਿਬਨ ਨੂੰ ਜੋ ਹੈ ਪਾਉਣ ਵਾਲੀ ਮਸ਼ੀਨ ਹੈ। ਪਹਿਲਾਂ ਅਸੀਂ ਜੋ ਦੋ ਪਾਰਟਸ ਮਿਲਾਉਣਾ ਹੈ ਉਸ ਦੇ ਵਿੱਚ ਰਿਬਨ ਦੇ ਡਾਇਆ ਜਿੰਨਾ ਸੁਰਾਖ ਕਰਨਾ ਹੈ, ਫਿਰ ਅਸੀਂ ਰਿਬਨ ਨੂੰ ਉਸ ਵਿੱਚ ਪਾ ਦੇਣਾ ਹੈ। ਫਿਰ ਦੂਸਰੇ ਪਾਸੇ ਹਥੌੜੇ ਨਾਲ ਅਸੀਂ ਇਸ ਨੂੰ ਸੱਟ ਲਗਾਉਣੀ ਹੈ। ਫਿਰ ਉਸ ਦਾ ਜੋ ਪ੍ਰੋਫਾਈਲ ਹੈ ਉਸ ਨੂੰ ਉੱਪਰ ਰੱਖੇ ਫਿਰ ਉਸੇ ਸੱਟ ਮਾਰਨੀ ਹੈ और दूसरे पासे भी सेम तरह का हैड जो है वो बन जाएगा। प्यारे बच्चों अगे आंदा है सर्कलिप। इस तरह सर्कलिप तुसी देखी होंगे। ये दो तरह के होंगे हैं, एक होंदा है इनसाइड, एक होंदा है आउटसाइड। इनसाइड की पहचान होंदी है जो असीं इनसाइड सर्कलिप नूं कढना होंदा है सानू जो है इनसाइड सर्कलिप प्लायर की वरतों करनी पैंदी है। जो असीं सर्कलिप नूं प्लायर नूं अंदर की तरफ दबाते हाँ सर्कलिप बाहर नूं निकलता है। आउटसाइड सर्कलिप प्लायर की होंदा है जिसनूं असीं सर्कलिप नूं लगाना होंदा है, सानू जो है सर्कलिप नूं मूँह खोलना पैंदा है और फिर ही असीं इसनूं जो है इस विच पा सकते हाँ। सर्कलिप इनसाइड सर्कलिप प्लायर के उदाहरण जो है जो तुसी यूनीवर्सल जॉइंट देखिए होगा प्रोपेलर शाफ्ट के विच उस भी जो सर्कलिप लगे होंगे हैं वो इनसाइड वाले सर्कलिप प्लायर नाल खुलते हैं। सर्कलिप एक फास्टनर ਜਾਂ रिटेनिंग रिंग है जो एक अर्ध लचक वाला धातु का रिंग होंदा है जो खुले सिरे होने करके किसी भी जगह पर टिकाया जा सकता है, जिमें मशीनी ग्रुप ਜਾਂ किसी भाग उत्ते ਜਾਂ ਉਹ जो घूम ਤਾਂ सके पर इधर उधर हिल ना सके। ये बुनियादी तौर पर दो तरह के होंगे हैं, अंदरूनी और बाहरी। इस भी उत्ते निर्भर करता है कि ये शाफ्ट उत्ते किस तरह चलाए ਜਾਂ बोर उत्ते किवें फिट किए जा सकते हैं। ये ज़्यादातर पिन कनैक्शन नूं सुरक्षित करने लई वरते जाते हैं। इसका प्यारे बच्चों तुसी चित्र में देख रहे हो ये जो है आउटसाइड बाहरी तरफ का सर्कलिप है। ये जो प्यारे बच्चों तुसी देख रहे हो जो यूजे क्रॉस के विच आउंदा है ये अंदरूनी तरफ का सर्कलिप होंदा है। इहदे अंदरले पासे ग्रूव होंदा है जिथे सर्कलिप नूं बिठाया जाता है। इस विच बाहरी तरफ देखो ये शाफ्ट दे विच ग्रूव है,
ਜਿਸ ਦੇ ਵਿੱਚ ਸਰਕਲਿਪ ਨੇ ਬੈਠਣਾ ਹੈ, ਇਸ ਲਈ ਅਸੀਂ ਉਸ ਨੂੰ ਖੋਲ੍ਹਣਾ ਪਵੇਗਾ। ਇਸ ਤਰ੍ਹਾਂ ਸਰਕਲਿਪ ਜੋ ਹੈ ਤੁਸੀਂ ਪਿਆਰੇ ਬੱਚਿਓ ਸ਼ਾਫਟ ਦੇ ਵਿੱਚ, ਜੋ ਡਰਾਈਵ ਸ਼ਾਫਟ ਕਾਰ ਦੀ ਹੁੰਦੀ ਹੈ ਉਸ ਵਿੱਚ ਵੀ ਲੱਗਿਆ ਹੁੰਦਾ ਹੈ। ਜੋ ਹਿੱਸਾ ਜੋ ਹੈ ਗੇਅਰ ਦੇ ਵਿੱਚ ਜਾਂਦਾ ਹੈ ਉਸ ਦੇ ਵਿੱਚ ਜੋ ਹੈ ਉਸ ਦੇ ਵਿੱਚ ਵੀ ਇੱਕ ਤਾਰ ਲੱਗੀ ਹੁੰਦੀ ਹੈ ਜਿਸ ਨੂੰ ਅਸੀਂ ਸਰਕਲਿਪ ਕਹਿੰਦੇ ਹਾਂ। ਜੋ ਤੁਸੀਂ ਡਰਾਈਵ ਸ਼ਾਫਟ ਦੇ ਜੋ ਜੁਆਇੰਟ ਖੋਲ੍ਹਦੇ ਹੋ ਉਸ ਦੇ ਵਿੱਚ ਵੀ ਸਰਕਲਿਪ ਲੱਗੇ ਹੁੰਦੇ ਹਨ। ਪਿਆਰੇ ਬੱਚਿਓ ਅੱਗੇ ਆਉਂਦਾ ਸਪਲਿਟ ਪਿਨ। ਇਸ ਤਰ੍ਹਾਂ ਦੀ ਤੁਸੀਂ ਪਿਨ ਦੇਖੀ ਹੋਵੇਗੀ। ਇਹ ਅਲੱਗ-ਅਲੱਗ ਸਾਈਜ਼ ਦੀ ਅਤੇ ਮੋਟਾਈ ਦੀ ਮਿਲਦੀ ਹੈ। ਇੱਕ ਸਪਲਿਟ ਪਿਨ ਜਿਸ ਨੂੰ ਕੁਆਟਰ ਪਿਨ ਜਾਂ ਕੁਆਟਰ ਵੀ ਕਿਹਾ ਜਾਂਦਾ ਹੈ, ਦੋ ਮੂੰਹਾਂ ਜਾਂ ਟੀਨਾ ਵਾਲਾ ਧਾਤੂ ਦਾ ਫਾਸਟਨਰ ਹੁੰਦਾ ਹੈ ਜਿਸ ਨੂੰ ਲਗਾਉਣ ਵੇਲੇ ਮੋੜ ਦਿੱਤਾ ਜਾਂਦਾ ਹੈ। ਇਸ ਪਿਆਰੇ ਬੱਚਿਓ ਜਿਸ ਵਿੱਚ ਵੀ ਅਸੀਂ ਵਾਸ਼ਰ ਲਗਾ ਕੇ ਸ਼ਾਫਟ ਦੇ ਵਿੱਚ ਸੁਰਾਖ ਹੁੰਦਾ ਹੈ ਉਸ ਦੇ ਵਿੱਚ ਪਿਨ ਪਾਈ ਜਾਂਦੀ ਹੈ। ਦੋਨਾਂ ਸਿਰਿਆਂ ਨੂੰ ਬੈਂਡ ਕੀਤਾ ਜਾਂਦਾ ਹੈ ਤਾਂ ਕਿ ਇਹ ਜੋ ਪਾਰਟਸ ਹੈ ਉਹ ਸ਼ਾਫਟ ਵਿੱਚੋਂ ਬਾਹਰ ਨਾ ਨਿਕਲ ਸਕੇ। ਜਿਸ ਤਰ੍ਹਾਂ ਇੱਕ ਰਿਬਨ ਜਾਂ ਸਟੈਪਲ ਇੱਕ ਮੋਟੀ ਤਾਰ ਦਾ ਅਰਧ ਗੋਲਾਕਾਰ ਸੈਕਸ਼ਨ ਹੁੰਦਾ ਹੈ, ਇਹ ਕਈ ਆਕਾਰਾਂ ਤੇ ਕਿਸਮਾਂ ਵਿੱਚ ਮਿਲਦਾ ਹੈ। ਜਿਸ ਤੁਸੀਂ ਦੇਖ ਰਹੇ ਹੋ ਜਦੋਂ ਅਸੀਂ ਹੱਬ ਨੂੰ ਬਾਹਰ ਕੱਢਣਾ ਹੁੰਦਾ ਹੈ, ਫਰੰਟ ਵੀਲ ਬੈਰਿੰਗ ਦੇ ਹੱਬ ਨੂੰ ਬਾਹਰ ਕਰਨਾ ਹੁੰਦਾ ਹੈ, ਬੈਰਿੰਗ ਨੂੰ ਬਾਹਰ ਕਰਨਾ ਹੈ, ਉੱਥੇ ਵੀ ਕੈਸਟਨ ਨਟ ਦੇ ਨਾਲ ਨਟ ਦੇ ਵੀ ਸੁਰਾਖ ਹੁੰਦਾ ਹੈ ਅਤੇ ਸ਼ਾਫਟ ਦੇ ਵਿੱਚ ਵੀ ਸੁਰਾਖ ਹੁੰਦਾ ਹੈ। ਨਟ ਨੂੰ ਟਾਈਟ ਕਰਨ ਤੋਂ ਬਾਅਦ ਸਪਲਿਟ ਪਿਨ ਲਗਾਈ ਜਾਂਦੀ ਹੈ। ਜਿੱਥੇ ਵੀ ਸਟੀਅਰਿੰਗ ਸਿਸਟਮ ਦੇ ਵਿੱਚ ਜਿੱਥੇ ਸਪਲਿਟ ਕੈਸਟਨ ਨਟ ਲੱਗਾ ਹੁੰਦਾ ਹੈ ਉਸ ਨਟ ਨੂੰ ਖੋਲ੍ਹਣ ਤੋਂ ਬਚਾਉਣ ਦੇ ਲਈ ਅਸੀਂ ਸਪਲਿਟ ਪਿਨ ਦੀ ਵਰਤੋਂ ਕਰਦੇ ਹਾਂ। ਬ੍ਰੇਕ ਪੈਡਲ ਜਾਂ ਕਲਚ ਦਾ ਪੈਡਲ ਲੱਗਾ ਹੁੰਦਾ ਹੈ ਉੱਥੇ ਵੀ ਜੋ ਹੈ ਸਪਲਿਟ ਪਿਨ ਲੱਗੀ ਹੁੰਦੀ ਹੈ ਜਿਸ ਨੂੰ ਅਸੀਂ ਉਸ ਦੇ ਵਿੱਚ ਇੱਕ ਪਿਨ ਲੱਗੀ ਹੁੰਦੀ ਹੈ। ਪਿਨ ਨੂੰ ਅਸੀਂ ਲੂਜ਼ ਹੋਣ ਤੋਂ ਬਚਾਉਣ ਦੇ ਲਈ ਵਾਸ਼ਰ ਦੇ ਨਾਲ ਸਪਲਿਟ ਪਿਨ ਦੀ ਵਰਤੋਂ ਕਰਦੇ ਹਾਂ। ਇਸ ਤਰ੍ਹਾਂ ਪਿਆਰੇ ਬੱਚਿਓ ਅੱਗੇ ਆਉਂਦਾ ਹੈ ਸਪਰਿੰਗ ਪਿਨ। ਜਿਸ ਤੁਸੀਂ ਦੇਖ ਰਹੇ ਹੋ ਇੱਕ ਪਿਨ ਹੁੰਦੀ ਹੈ ਜਿਹਦੇ ਸੈਂਟਰ ਦੇ ਵਿੱਚ ਸਲੋਟ ਹੁੰਦਾ ਹੈ, ਕੱਟ ਹੁੰਦਾ ਹੈ। ਜਦੋਂ ਅਸੀਂ ਪਿਨ ਨੂੰ ਕਿਸੇ ਵੀ ਚੀਜ਼ ਦੇ ਵਿੱਚ ਪਾਉਂਦੇ ਹਾਂ ਉਹ ਸਲੋਕ ਜੋ ਹੈ ਬੰਦ ਹੋ ਜਾਂਦਾ ਹੈ, ਟਾਈਟ ਹੋ ਜਾਂਦਾ ਹੈ ਅਤੇ ਉਸ ਨੂੰ ਲੌਕ ਕਰ ਦਿੰਦਾ ਹੈ। ਇੱਕ ਮਕੈਨੀਕਲ ਫਾਸਟਨਰ ਹੁੰਦਾ ਹੈ ਜੋ ਮਸ਼ੀਨ ਦੇ ਦੋ ਜਾਂ ਵੱਧ ਭਾਗਾਂ ਨੂੰ ਆਪਸ ਵਿੱਚ ਜਕੜ ਕੇ ਰੱਖਦਾ ਹੈ। ਸਪਰਿੰਗ ਪਿਨ ਦੀ ਬਾਡੀ ਦਾ ਵਿਆਸ ਇਸ ਦੇ ਛੇਕ ਦੇ ਵਿਆਸ ਨਾਲੋਂ ਵੱਡਾ ਹੁੰਦਾ ਹੈ ਅਤੇ ਇਸ ਦੇ ਇੱਕ ਜਾਂ ਦੋਹਾਂ ਸਿਰਿਆਂ ਤੇ ਤਿਰਛਾ ਕੱਟ ਹੁੰਦਾ ਹੈ। ਜਦੋਂ ਇਸ ਨੂੰ ਛੇਕ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਆਪਣੇ ਸਪਰਿੰਗ ਐਕਸ਼ਨ ਕਰਕੇ ਦਬ ਜਾਂਦਾ ਹੈ। ਪਿਨ ਦੁਆਰਾ ਛੇਕ ਦੀ ਦੀਵਾਰ ਤੇ ਲਗਾਈ ਗਈ ਰੇਡੀਅਲ ਤਾਕਤ ਇਸ ਨੂੰ ਛੇਕ ਵਿੱਚ ਰੱਖਦੀ ਹੈ, ਜਿਸ ਕਰਕੇ ਸਪਰਿੰਗ ਪਿਨ ਨੂੰ ਸੈਲਫ ਸੈਂਟਰਿੰਗ ਫਾਸਟਨਰ ਵੀ ਮੰਨਿਆ ਜਾਂਦਾ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਨ ਹੈ ਜਦੋਂ ਤੁਸੀਂ ਪਿਆਰੇ ਬੱਚਿਓ ਗੱਡੀ ਦੇ ਦਰਵਾਜ਼ੇ ਖੋਲ੍ਹਦੇ ਹੋ, ਗੱਡੀ ਦਰਵਾਜ਼ੇ ਵਿੱਚ ਇੱਕ ਲਿੰਕ ਲੱਗਾ ਹੁੰਦਾ ਹੈ, ਉੱਥੇ ਜੋ ਹੈ ਇਹ ਸਪਲਿਟ ਪਿਨ ਦੀ ਵਰਤੋਂ ਕੀਤੀ ਜਾਂਦੀ ਹੈ। ਸਪਲਿਟ ਪਿਨ ਨੂੰ ਜਦੋਂ ਵੀ ਕੱਢਣਾ ਹੋਵੇ ਇਸ ਦੇ ਇੱਕ ਸਿਰੇ ਤੇ ਸੱਟ ਲਗਾਈ ਜਾਂਦੀ ਹੈ ਅਤੇ ਪਿਨ ਬਾਹਰ ਆ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਗੇਅਰ ਦੇ ਨੂੰ ਜੋ ਹੈ ਸ਼ਾਫਟ ਨਾਲ ਜੋੜਿਆ ਗਿਆ ਹੈ, ਇੱਥੇ ਵੀ ਸਪਲਿਟ ਪਿਨ ਲਗਾਈ ਗਈ ਹੈ। ਜਾਂ ਇਸ ਦੀ ਉਦਾਹਰਨ ਤੁਹਾਨੂੰ ਪਿਆਰੇ ਬੱਚਿਓ ਦੇਖ ਸਕਦੇ ਹੋ, ਜੋ ਗੇਅਰ ਸ਼ਿਫਟਰ ਦੀਆਂ ਰੋਡਸ ਹੁੰਦੀਆਂ ਹਨ ਉਹਨਾਂ ਦੇ ਉੱਤੇ ਵੀ ਫੋਰਕ ਨੂੰ ਜੋੜਨ ਦੇ ਲਈ ਜੋ ਹੈ ਸਪਲਿਟ ਪਿਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪਿਆਰੇ ਬੱਚਿਓ ਅੱਜ ਜੋ ਅਸੀਂ ਪੜ੍ਹਿਆ ਉਹ ਸੀ ਵਾਸ਼ਰ ਕੀ ਹੁੰਦੀ ਹੈ, ਵਾਸ਼ਰ ਦੀਆਂ ਕਿਹੜੀ-ਕਿਹੜੀ ਸ਼੍ਰੇਣੀਆਂ ਹੁੰਦੀਆਂ ਹਨ, ਵਾਸ਼ਰ ਦੀਆਂ ਕਿਹੜੀ-ਕਿਹੜੀ ਕਿਸਮਾਂ ਹੁੰਦੀਆਂ ਹਨ, ਰਿਬਟ ਕਿਸ ਨੂੰ ਕਿਹਾ ਜਾਂਦਾ ਹੈ, ਰਿਬਟ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਸਰਕਲਿਪ ਕੀ ਹੁੰਦਾ ਹੈ ਅਤੇ ਇਸ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਸਪਲਿਟ ਪਿਨ ਕੀ ਹੁੰਦੀ ਹੈ, ਇਸ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਸਪਰਿੰਗ ਪਿਨ ਕੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ। ਹੁਣ ਅਸੀਂ ਪੜਾਂਗੇ ਖਰਾਬ ਫਾਸਟਨਰ ਨੂੰ ਅਸੈਂਬਲੀ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਜਾਂਦਾ ਹੈ। ਮੇਰੇ ਬੱਚਿਓ ਇਸ ਵਿੱਚ ਅਸੀਂ ਪੜਾਂਗੇ ਟੁੱਟੇ ਖਰਾਬ ਹੈੱਡ ਵਾਲੇ ਪੇਚ ਨੂੰ ਹਟਾਉਣਾ ਜਾਂ ਕਰਨਾ। ਕਿਸੇ ਵੀ ਪੇਚ ਦਾ ਜਾਂ ਬੋਲਟ ਦਾ ਹੈੱਡ ਖਰਾਬ ਹੋ ਗਿਆ ਹੈ, ਅਸੀਂ ਗਲਤ ਚਾਬੀ ਪਾਣਾ ਲਗਾ ਕੇ ਤੇ ਗਲਤ ਸਕਰੂ ਡਰਾਈਵਰ ਦੇ ਨਾਲ ਉਸ ਨੂੰ ਅਸੀਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ, ਹੈੱਡ ਖਰਾਬ ਹੋ ਗਿਆ ਹੈ। ਖਰਾਬ ਪੇਚ ਨੂੰ ਕੱਢਣ ਦੇ ਕਿਹੜੇ-ਕਿਹੜੇ ਪੜਾਅ ਹੁੰਦੇ ਹਨ। ਬਿਨਾਂ ਹੈੱਡ ਵਾਲੇ ਪੇਚ ਨੂੰ ਹਟਾਉਣਾ। ਅਗਰ ਕਿਸੇ ਵੀ ਪੇਚ ਦਾ ਜਾਂ ਬੋਲਟ ਦਾ ਹੈੱਡ ਹੀ ਟੁੱਟ ਗਿਆ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਹਟਾਉਣਾ ਹੈ। ਅਸੈਂਬਲੀ ਵਿੱਚ ਟੁੱਟੇ ਬਿਨਾਂ ਹੈੱਡ ਵਾਲੇ ਪੇਚ ਨੂੰ ਬਾਹਰ ਕੱਢਣਾ। ਟੁੱਟੀ ਖਰਾਬ ਚੂੜੀ ਵਾਲੇ ਸਟੱਡ ਨੂੰ ਕੱਢਣ ਦਾ ਤਰੀਕਾ। ਕੇਸਿੰਗ ਖਾਕੇ ਦੇ ਉੱਪਰਲੇ ਬਾਹਰਲੇ ਟੁੱਟੇ ਹੋਏ ਸਟੱਡ ਨੂੰ ਕੱਢਣਾ। ਕੇਸਿੰਗ ਦੇ ਅੰਦਰੂਨੀ ਟੁੱਟੇ ਹੋਏ ਸਟੱਡ ਨੂੰ ਕੱਢਣਾ। ਇਹਨਾਂ ਬਾਰੇ ਅਸੀਂ ਅੱਜ ਜਾਣਕਾਰੀ ਹਾਸਿਲ ਕਰਾਂਗੇ। ਪਹਿਲਾ ਹੁੰਦਾ ਹੈ ਟੁੱਟੇ ਖਰਾਬ ਹੈੱਡ ਵਾਲੇ ਪੇਚ ਨੂੰ ਹਟਾਉਣਾ। ਆਟੋਮੋਬਾਈਲ ਵਿੱਚ ਝਟਕੇ, ਕੰਪਨ ਅਤੇ ਜੰਗ ਨਾਲ ਪੇਚ ਟੁੱਟ ਜਾਂਦੇ ਹਨ। ਨਤੀਜੇ ਵਜੋਂ ਇਹ ਅਸੈਂਬਲੀ ਨੂੰ ਹਿਲਾ ਦਿੰਦੇ ਹਨ। ਇਹ ਜ਼ਰੂਰੀ ਹੁੰਦਾ ਹੈ ਕਿ ਇਹਨਾਂ ਨੂੰ ਕੱਢਿਆ ਜਾਵੇ ਅਤੇ ਬਦਲਿਆ ਜਾਵੇ।
ਜੇਕਰ ਸਹੀ ਪੇਚਕਸ ਇਸਤੇਮਾਲ ਨਾ ਕੀਤਾ ਜਾਵੇ ਤਾਂ ਪੇਚ ਦਾ ਹੈਡ ਖਰਾਬ ਹੋ ਜਾਂਦਾ ਹੈ। ਅਸੈਂਬਲੀ ਵਿੱਚ ਪੇਚ ਨੂੰ ਕੱਸਣਾ, ਢਿੱਲਾ ਕਰਨਾ ਅਤੇ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਵੀ ਪਿਆਰੇ ਬੱਚਿਓ ਪੇਚ ਦਾ ਗਲਤ ਸਕਰੂ ਡਰਾਈਵਰ ਦੇ ਨਾਲ ਇਸਤੇਮਾਲ ਕਰਨ ਦੇ ਨਾਲ ਉਹਦਾ ਹੈਡ ਖਰਾਬ ਹੋ ਜਾਂਦਾ ਹੈ ਤਾਂ ਜੋ ਉਸ ਨੂੰ ਅਸੈਂਬਲੀ ਵਿੱਚੋਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਅਸੀਂ ਦੇਖਾਂਗੇ ਉਸ ਨੂੰ ਅਸੈਂਬਲੀ ਵਿੱਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਜਾਂਦਾ ਹੈ। ਖਰਾਬ ਪੇਚ ਨੂੰ ਕੱਢਣ ਦਾ ਪੜਾਅ ਪਹਿਲਾ ਜੋ ਹੈ, ਅਸੀਂ ਕੀ ਕਰਨਾ ਹੈ, ਅਗਰ ਉਸ ਦਾ ਗਰੂਪ ਖਰਾਬ ਹੋ ਗਿਆ ਹੈ ਤਾਂ ਗ੍ਰਾਈਂਡਰ ਦੇ ਨਾਲ ਜਾਂ ਆਰੀ ਦੇ ਬਲੇਡ ਨਾਲ ਉਸ ਦੇ ਗਰੂਪ ਨੂੰ ਡਰੈਸਿੰਗ ਕਰਨੀ ਹੈ, ਉਸ ਨੂੰ ਸਹੀ ਕਰਨਾ ਹੈ ਤਾਂ ਕਿ ਉਸ ਵਿੱਚ ਪੇਚਕਸ ਲੱਗ ਸਕੇ। ਆਰੀ ਦੇ ਬਲੇਡ ਦੀ ਵਰਤੋਂ ਕਰੋ ਅਤੇ ਗਰੂਪ ਨੂੰ ਸੰਭਾਲੋ, ਠੀਕ ਕਰੋ। ਹੁਣ ਮੋਟੇ ਮੂੰਹ ਜਾਂ ਹੈੱਡ ਵਾਲੇ ਪੇਚਕਸ ਦੀ ਵਰਤੋਂ ਕਰੋ ਅਤੇ ਖੱਬੇ ਵਾਲੇ ਪਾਸੇ ਨੂੰ ਘੁਮਾਓ। ਫਿਰ ਅਸੀਂ ਮੋਟੇ ਪੇਚਕਸ ਦੇ ਹੈੱਡ ਦੀ ਵਰਤੋਂ ਕਰਕੇ ਇਸ ਨੂੰ ਅਸੀਂ ਬਾਹਰ ਕੱਢ ਸਕਦੇ ਹਾਂ। ਇਹ ਪੇਚ ਨੂੰ ਕੱਢ ਦੇਵੇਗਾ, ਪਰ ਜੇਕਰ ਕੋਈ ਅਸਰ ਨਾ ਹੋਵੇ, ਅਗਰ ਮੰਨ ਲਓ ਇਸ ਵਜ੍ਹਾ ਨਾਲ ਵੀ ਪੇਚ ਬਾਹਰ ਨਹੀਂ ਆਉਂਦਾ ਹੈ ਤਾਂ ਫਿਰ ਅਸੀਂ ਕੀ ਕਰਨਾ ਹੈ, ਇੱਕ ਬਰੀਕ ਪੰਚ ਲਵੋ ਅਤੇ ਇੱਕ ਹਥੌੜੇ ਖੱਬੇ ਵੱਲ ਨੂੰ ਹਲਕੀ ਜਿਹੀ ਸੱਟ ਲਗਾਓ, ਇਸ ਨਾਲ ਪੇਚ ਢਿੱਲਾ ਹੋ ਜਾਵੇਗਾ। ਫਿਰ ਅਸੀਂ ਇੱਕ ਬਰੀਕ ਪੰਚ ਲੈ ਕੇ ਉਸ ਨੂੰ ਹਥੌੜੇ ਨਾਲ ਹੌਲੀ ਹੌਲੀ ਸੱਟ ਲਗਾਉਣੀ ਹੈ ਅਤੇ ਜੋ ਉਸ ਨਾਲ ਕੀ ਹੋਏਗਾ, ਇਹ ਪੇਚ ਜੋ ਹੈ ਢਿੱਲਾ ਹੋ ਜਾਵੇਗਾ ਅਤੇ ਇਹ ਮੂਵ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਇਸ ਨੂੰ ਫਿਰ ਅਸੀਂ ਆਸਾਨੀ ਨਾਲ ਬਾਹਰ ਕੱਢ ਸਕਦੇ ਹਾਂ। ਪਰ ਜੇਕਰ ਇਹ ਵੀ ਕੰਮ ਨਾ ਕਰੇ ਤਾਂ ਪੇਚ ਨੂੰ ਨਾਲੋਂ ਛੋਟੇ ਨਾਪ ਦੇ ਡਰਿਲ ਬਿੱਟ ਲਵੋ। ਅਸੀਂ ਪੇਚ ਦੇ ਨਾਲੋਂ ਛੋਟੇ ਡਰਿਲ ਲੈ ਕੇ ਉਸ ਦੇ ਵਿੱਚ ਅਸੀਂ ਪੇਚ ਦੇ ਵਿੱਚ ਸੁਰਾਖ ਕਰਨਾ ਹੈ। ਹੁਣ ਪੇਚ ਦੇ ਮੱਧ ਵਿੱਚ ਡਰਿਲ ਕਰੋ ਤਾਂ ਜੋ 100% ਪੇਚ ਬਾਹਰ ਨਿਕਲ ਜਾਵੇਗਾ, ਕਿਉਂਕਿ ਜਦੋਂ ਅਸੀਂ ਡਰਿਲ ਨਾਲ ਪੇਚ ਕਰਾਂਗੇ, ਪੇਚ ਦੇ ਵਿੱਚ ਡਰਿਲ ਕਰਾਂਗੇ ਤਾਂ ਜੋ ਅਸੀਂ ਘੁਮਾਵਾਂਗੇ ਤਾਂ ਪੇਚ ਜੋ ਹੈ ਉਹ ਬਾਹਰ ਆ ਜਾਵੇਗਾ। ਹੁਣ ਪਿਆਰੇ ਬੱਚੋ ਆਉਂਦਾ ਹੈ ਬਿਨਾਂ ਹੈੱਡ ਵਾਲੇ ਪੇਚ ਨੂੰ ਹਟਾਉਣਾ। ਜੋ ਬੋਲਟ ਜਾਂ ਪੇਚ ਦਾ ਹੈੱਡ ਹੀ ਟੁੱਟ ਗਿਆ ਹੈ, ਹੁਣ ਅਸੀਂ ਇਸ ਨੂੰ ਬਾਹਰ ਕੱਢਣਾ ਹੈ। ਜੇਕਰ ਅਸੈਂਬਲੀ ਦੇ ਟੌਪ ਜਾਂ ਉੱਪਰਲਾ ਪੇਚ ਟੁੱਟ ਜਾਵੇ, ਹੋਰ ਪੇਚ ਨੂੰ ਕੱਢੋ ਅਤੇ ਅਸੈਂਬਲੀ ਨੂੰ ਵੱਖ ਕਰ ਦਿਓ। ਜਿਸ ਹਿੱਸੇ ਵਿੱਚ ਪੇਚ ਟੁੱਟ ਗਿਆ ਹੈ, ਬਾਕੀ ਪੇਚ ਨੂੰ ਅਸੀਂ ਅਲੱਗ ਕਰਕੇ ਉਸ ਹਿੱਸੇ ਨੂੰ ਅਲੱਗ ਕਰ ਲੈਣਾ ਹੈ। ਫਿਰ ਅਸੀਂ ਕਰੀਪਰ ਦੀ ਵਰਤੋਂ ਕਰਕੇ ਇਸ ਨੂੰ ਅਸੀਂ ਲੌਕ ਕਰ ਦੇਣਾ ਹੈ ਅਤੇ ਉਸ ਬਿਨਾਂ ਹੈੱਡ ਵਾਲੇ ਪੇਚ ਨੂੰ ਪਕੜ ਲੈਣਾ ਹੈ। ਕਰੀਪਰ ਨੂੰ ਲੌਕ ਕਰੋ ਅਤੇ ਇਸ ਨੂੰ ਖੱਬੇ ਪਾਸੇ ਵੱਲ ਨੂੰ ਘੁਮਾਓ। ਫਿਰ ਅਸੀਂ ਇਸ ਨੂੰ ਖੱਬੇ ਪਾਸੇ ਵੱਲ ਨੂੰ ਘੁਮਾਉਣਾ ਹੈ ਅਤੇ ਪੇਚ ਬਾਹਰ ਨਿਕਲਣਾ ਸ਼ੁਰੂ ਹੋ ਜਾਵੇਗਾ। ਅਸੈਂਬਲੀ ਵਿੱਚ ਟੁੱਟੇ ਬਿਨਾਂ ਹੈੱਡ ਵਾਲੇ ਪੇਚ ਨੂੰ ਬਾਹਰ ਕੱਢਣਾ। ਡਰਿਲ ਮਸ਼ੀਨ ਵਿੱਚ ਪੇਚ ਦੇ ਨਾਪ ਨਾਲੋਂ ਛੋਟੇ ਨਾਪ ਵਾਲਾ ਡਰਿਲ ਬਿੱਟ ਦੀ ਵਰਤੋਂ ਕਰੋ। ਅਗਰ ਉਸ ਤਰੀਕੇ ਨਾਲ ਉਹ ਬਾਹਰ ਨਹੀਂ ਆਉਂਦਾ ਹੈ ਤਾਂ ਫਿਰ ਅਸੀਂ ਡਰਿਲ ਬਿੱਟ ਦੀ ਮਦਦ ਨਾਲ ਸੁਰਾਖ ਕਰਨਾ ਹੈ। ਹੁਣ ਪੇਚ ਦੇ ਵਿਚਕਾਰ ਡਰਿਲ ਕਰੋ, 100% ਪੇਚ ਨਿਕਲ ਆਵੇਗਾ। ਜਦ ਪੇਚ ਬਾਹਰ ਨਿਕਲ ਆਉਂਦਾ ਹੈ ਫਿਰ ਅਸੀਂ ਜੋ ਦੂਸਰਾ ਪੇਚ ਪਾਉਣਾ ਹੈ ਉਸ ਨੂੰ ਅਸੀਂ ਧਾਗਾ ਲਗਾ ਕੇ ਫਿਰ ਉਸ ਨੂੰ ਫਿੱਟ ਕਰਨਾ ਹੈ। ਹੁਣ ਆਉਂਦਾ ਹੈ ਟੁੱਟੇ ਹੋਏ ਬੋਲਟ ਨੂੰ ਬਾਹਰ ਕੱਢਣਾ। ਆਟੋਮੋਬਾਈਲ ਵਿੱਚ ਝਟਕੇ ਨਾਲ ਚੱਲਣ ਜਾਂ ਕੰਪਨ ਨਾਲ ਨਟ ਅਤੇ ਬੋਲਟ ਢਿੱਲੇ ਹੋ ਜਾਂਦੇ ਹਨ ਅਤੇ ਨਟ ਅਤੇ ਬੋਲਟ ਦੀਆਂ ਕ੍ਰਮਵਾਰ ਅੰਦਰੂਨੀ ਤੇ ਬਾਹਰੀ ਚੂੜੀਆਂ ਖਰਾਬ ਕਰ ਦਿੰਦੇ ਹਨ। ਇਸ ਨਾਲ ਅਸੈਂਬਲੀ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਇਸ ਨਾਲ ਇੱਕ ਭਾਗ ਦੀ ਦੂਸਰੇ ਨਾਲ ਅਲਾਈਨਮੈਂਟ ਹਿੱਲ ਜਾਂਦੀ ਹੈ। ਸਪੈਨਰ ਸੌਕੇਟ ਦੀ ਗਲਤ ਵਰਤੋਂ ਨਾਲ ਨਟ ਬੋਲਟ ਦੇ ਕਿਨਾਰੇ ਖਰਾਬ ਹੋ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਨੂੰ ਕੱਢਿਆ ਜਾਂ ਬਦਲਿਆ ਜਾਵੇ। ਇਹਨਾਂ ਨੂੰ ਕੱਸਣਾ, ਢਿੱਲਾ ਕਰਨਾ, ਕੱਢਣਾ ਅਸੈਂਬਲੀ ਵਿੱਚੋਂ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਅਸੀਂ ਗਲਤ ਪਾਣੇ ਦੀ ਵਰਤੋਂ ਕਰਕੇ, ਗਲਤ ਚਾਬੀ ਦੀ ਵਰਤੋਂ ਕਰਕੇ ਅਸੀਂ ਕਿਸੇ ਬੋਲਟ ਨੂੰ ਖੋਲ੍ਹਦੇ ਹਾਂ ਜਿਸ ਨੂੰ ਜੰਗ ਲੱਗਿਆ ਹੋਇਆ ਹੈ ਜਾਂ ਉਹ ਅਸੈਂਬਲੀ ਵਿੱਚ ਟਾਈਟ ਹੈ ਤਾਂ ਉਸ ਦਾ ਹੈੱਡ ਖਰਾਬ ਹੋ ਜਾਂਦਾ ਹੈ ਅਤੇ ਉਸ ਨੂੰ ਬਾਅਦ ਵਿੱਚ ਕੱਢਣਾ ਜਾਂ ਖੋਲ੍ਹਣਾ ਮੁਸ਼ਕਿਲ ਹੋ ਜਾਂਦਾ ਹੈ। ਛੋਟੇ ਨਾਪ ਦੇ ਸਪੈਨਰ ਦੀ ਵਰਤੋਂ ਕਰੋ। ਇਸ ਨੂੰ ਨਟ ਬੋਲਟ ਉੱਪਰ ਲਗਾਓ ਅਤੇ ਇਸ ਨੂੰ ਖੱਬੇ ਪਾਸੇ ਵੱਲ ਨੂੰ ਘੁਮਾਓ। ਅਗਰ ਬੋਲਟ ਦਾ ਹੈੱਡ ਸਲਿਪ ਹੋ ਗਿਆ ਹੈ, ਮੰਨ ਲਓ ਅਗਰ 10 ਨੰਬਰ ਵਾਲਾ ਬੋਲਟ ਹੈ, ਫਿਰ ਅਸੀਂ ਕੀ ਕਰਨਾ ਹੈ, 10 ਨੰਬਰ ਤੋਂ ਘੱਟ ਵਾਲੀ 9 ਨੰਬਰ ਵਾਲੀ ਚਾਬੀ ਜਾਂ ਪਾਨਾ ਲੈ ਕੇ ਉਸ ਨੂੰ ਉਸ ਦੇ ਉੱਪਰ ਲਗਾਉਣਾ ਹੈ ਅਤੇ ਹਲਕੀ ਜਿਹੀ ਮੈਲਟ ਦੇ ਨਾਲ ਸੱਟ ਲਗਾਉਣੀ ਹੈ। ਉਸ ਦੇ ਨਾਲ ਕੀ ਹੈ, ਉਹ ਬੋਲਟ ਖੱਬੇ ਪਾਸੇ ਘੁਮਾਵਾਂਗੇ ਚਾਬੀ ਜਾਂ ਪਾਨੇ ਨੂੰ, ਉਹ ਖੁੱਲ ਜਾਵੇਗਾ। ਬ੍ਰਿਕ ਪੰਚ ਲਓ। ਅਗਰ ਇਸ ਤਰ੍ਹਾਂ ਨਹੀਂ ਖੁੱਲਦਾ ਹੈ ਫਿਰ ਅਸੀਂ ਬ੍ਰਿਕ ਪੰਚ ਲੈ ਕੇ ਹੌਲੀ ਹੌਲੀ ਹਥੌੜੇ ਦੇ ਨਾਲ ਸੱਟ ਲਗਾਉਣੀ ਹੈ ਅਤੇ ਉਹ ਪੇਚ ਢਿੱਲਾ ਹੋ ਜਾਵੇਗਾ, ਬੋਲਟ ਢਿੱਲਾ ਹੋ ਜਾਵੇਗਾ ਅਤੇ ਉਹ ਘੁੰਮਣਾ ਸ਼ੁਰੂ ਕਰ ਦੇਵੇਗਾ ਅਤੇ ਉਹ ਬਾਹਰ ਆ ਜਾਵੇਗਾ। ਜੇਕਰ ਸਟੱਡ ਨੂੰ ਸਹੀ ਤਰ੍ਹਾਂ ਟੁੱਟੀ ਖਰਾਬ ਚੂੜੀ ਵਾਲੇ ਸਟੱਡ ਨੂੰ ਬਾਹਰ ਕਿੱਦਾਂ ਕੱਢਿਆ ਜਾਂਦਾ ਹੈ। ਜੇਕਰ ਸਟੱਡ ਨੂੰ ਸਹੀ ਤਰ੍ਹਾਂ ਪਾਇਆ ਜਾਵੇ ਤਾਂ ਇੱਕ ਸਟੱਡ ਬੋਲਟ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਕਿਉਂਕਿ ਸਟੱਡ ਤਾਂ ਪਿਆਰੇ ਬੱਚਿਓ ਅਸੀਂ ਪਹਿਲਾਂ ਵੀ ਪੜ੍ਹਿਆ ਹੈ, ਇਹ ਚੂੜੀ ਇੱਕ ਪਾਸੇ ਚੂੜੀ ਨਾਲ ਫਿਕਸ ਹੁੰਦਾ ਹੈ। ਇਹ ਹਮੇਸ਼ਾ ਸਿੱਧਾ ਰਹਿੰਦਾ ਹੈ
ਅਤੇ ਜਦੋਂ ਅਸੀਂ ਇਸ ਨੂੰ ਟਾਈਟ ਕਰਦੇ ਹਾਂ ਅਤੇ ਜੋ ਹੈ ਇਸ ਦੇ ਉੱਪਰ ਜ਼ਿਆਦਾ ਟਾਰਕ ਜੋ ਹੈ ਲਗਾਇਆ ਜਾ ਸਕਦਾ ਹੈ। ਇਹ ਕਰੈਕ ਹੋਣ ਦੇ ਚਾਂਸ ਬਹੁਤ ਹੀ ਘੱਟ ਹੁੰਦੇ ਹਨ। ਚੂੜੀਆਂ ਵਾਲੇ ਸ਼ੇਕ ਵਿੱਚ ਬਿਨਾਂ ਚੂੜੀਆਂ ਦੇ ਦਬਾਅ ਪਾਏ ਉਹਨਾਂ ਨੂੰ ਨੁਕਸਾਨ ਪਹੁੰਚਾਏ ਸਟੱਡ ਨੂੰ ਕੱਸਿਆ ਜਾਂਦਾ ਹੈ। ਜੇਕਰ ਕੱਸਣ ਤੋਂ ਬਾਅਦ ਵੀ ਕੁਝ ਹਿੱਸੇ ਸਲਿੱਪ ਜਾਂ ਖਿਸਕਦੇ ਹੋਣ ਤਾਂ ਸਹੀ ਨਾਪ ਦੀ ਵਾਸ਼ਰ ਪਾ ਕੇ ਨਟ ਨਾਲ ਕੱਸ ਦਿਓ। ਸਟੱਡ ਇਸ ਕਰਕੇ ਮਜ਼ਬੂਤ ਹੁੰਦਾ ਹੈ ਕਿਉਂਕਿ ਸਟੱਡ ਦੀ ਚੂੜੀ ਅਤੇ ਚੂੜੀ ਵਾਲੇ ਸ਼ੇਕ ਦਾ ਆਪਸੀ ਸਪਰਸ਼ ਦਬਾਅ ਪੈਣ ਨਾਲ ਵੀ ਸਥਿਰ ਰਹਿੰਦਾ ਹੈ। ਪਰ ਜਦੋਂ ਇੱਕ ਬੋਲਟ ਨੂੰ ਕਿਸੇ ਹਿੱਸੇ ਉੱਤੇ ਚਲਾਇਆ ਜਾਂਦਾ ਹੈ ਤਾਂ ਬੋਲਟ ਨੂੰ ਕੱਸਣ ਲਈ ਸ਼ੇਕ ਵਿੱਚ ਘੁਮਾਇਆ ਜਾਂਦਾ ਹੈ, ਜੋ ਬਰੀਕ ਚੂੜੀਆਂ ਦੀ ਘਿਸਾਵਟ ਕਰ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਆਪਸੀ ਫਰਕ ਦੀ ਸਮੱਸਿਆ ਸਟੱਡ ਦੀ ਵਰਤੋਂ ਬੋਲਟ ਦੇ ਮੁਕਾਬਲੇ ਨਾ ਮੁਮਕਿਨ ਕਰ ਦਿੰਦੀ ਹੈ। ਕਈ ਵਾਰ ਵੱਡੇ ਹਿੱਸੇ ਦੇ ਸਟੱਡ ਉੱਪਰਲੇ ਹਿੱਸੇ ਨਾਲ ਲਗਾ ਕੇ ਕਿਸੇ ਸਾਈਡ ਵਾਲੇ ਹਿੱਸੇ ਲਗਾਇਆ ਜਾਂਦਾ ਹੈ, ਪਰ ਜਦੋਂ ਬੋਲਟ ਦੀ ਥਾਂ ਸਟੱਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਟੱਡ ਦੀ ਬੋਲਟ ਨਾਲੋਂ ਵਧੇਰੇ ਤਾਕਤ ਹੁੰਦੀ ਹੈ। ਇਸ ਤਰ੍ਹਾਂ ਪਿਆਰੇ ਬੱਚਿਓ, ਹੁਣ ਆਉਂਦਾ ਹੈ ਖਰਾਬ ਹੋਈ ਚੂੜੀ ਵਾਲੇ ਸਟੱਡ ਨੂੰ ਕੱਢਣਾ। ਮੰਨ ਲਓ ਕਿਸੇ ਸਟੱਡ ਦੀ ਜੋ ਹੈ ਚੂੜੀ ਖਰਾਬ ਹੋ ਗਈ ਹੈ, ਉਸ ਨੂੰ ਅਸੀਂ ਕੱਢਣਾ ਹੈ। ਖਰਾਬ ਚੂੜੀ ਵਾਲੇ ਸਟੱਡ ਨੂੰ ਕੱਢਣ ਲਈ ਅਸੈਂਬਲੀ ਉੱਤੋਂ ਪੇਚਕਸ ਨਾਲ ਹਲਕਾ ਜਿਹਾ ਦਬਾਅ ਪਾਓ। ਇਹ ਸਟੱਡ ਦੀਆਂ ਖਰਾਬ ਚੂੜੀਆਂ ਉੱਪਰ ਚੁੱਕ ਦੇਵੇਗਾ। ਹੁਣ ਨਟ ਨੂੰ ਖੱਬੇ ਪਾਸੇ ਵੱਲ ਨੂੰ ਘੁਮਾਓ, ਸਟੱਡ ਅਸੈਂਬਲੀ ਨੂੰ ਘੁਮਾਓ ਅਤੇ ਪੇਚਕਸ ਨੂੰ ਥੋੜਾ ਜਿਹਾ ਅੰਦਰ ਨੂੰ ਦਬਾਓ ਤਾਂ ਜੋ ਸਟੱਡ ਬਾਹਰ ਨੂੰ ਆ ਜਾਵੇਗਾ। ਅਸੀਂ ਕਰਨਾ ਹੈ ਜਿਸ ਦਾ ਜੋ ਸਟੱਡ ਜੋ ਹੈ ਜਿਸ ਦੀ ਚੂੜੀਆਂ ਖਰਾਬ ਹੋ ਗਈਆਂ ਹਨ ਉਸ ਅਸੈਂਬਲੀ ਥੋੜਾ ਜਿਹਾ ਪੇਚਕਸ ਲਗਾ ਕੇ ਉੱਪਰ ਨੂੰ ਚੁੱਕਣਾ ਹੈ ਤਾਂ ਕਿ ਜੋ ਖਰਾਬ ਚੂੜੀਆਂ ਹਨ ਉਹ ਬਾਹਰ ਨਜ਼ਰ ਨਹੀਂ ਆਉਣਗੀਆਂ। ਅਤੇ ਉਸ ਦੇ ਨਾਲ ਕੀ ਹੋਏਗਾ, ਜਦੋਂ ਅਸੀਂ ਉਸ ਨੂੰ ਇੱਕ ਪ੍ਰੈਸ਼ਰ ਮਿਲ ਜਾਵੇਗਾ, ਜਦੋਂ ਅਸੀਂ ਪੇਚ ਨੂੰ ਘੁਮਾਵਾਂਗੇ, ਉਸ ਨਟ ਨੂੰ ਘੁਮਾਵਾਂਗੇ, ਉਹ ਜੋ ਹੈ ਖੁੱਲ ਜਾਵੇਗਾ। ਜੇਕਰ ਨਟ ਦੀਆਂ ਅੰਦਰਲੀਆਂ ਤੇ ਸਟੱਡ ਦੀਆਂ ਬਾਹਰਲੀਆਂ ਚੂੜੀਆਂ ਖਰਾਬ ਹੋ ਜਾਣ ਤਾਂ ਨਟ ਅਤੇ ਸਟੱਡ ਵਿੱਚੋਂ ਬੈਲਡਿੰਗ ਨਾਲ ਛੇਕ ਕਰੋ। ਹੁਣ ਅਸੈਂਬਲੀ ਨੂੰ ਖੱਬੇ ਪਾਸੇ ਨੂੰ ਘੁਮਾਓ। ਫਿਰ ਅਸੀਂ ਕੀ ਕਰਨੇ ਹਾਂ, ਸਟੱਡ ਜ਼ਿਆਦਾਤਰ ਤੁਸੀਂ ਪਿਆਰੇ ਬੱਚੇ ਦੇਖੇ ਹੋਣਗੇ, ਜਦੋਂ ਵੀ ਅਸੀਂ ਐਗਜ਼ੌਸਟ ਮੈਨੀਫੋਲਡ ਦੇ ਸਟੱਡ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ, ਨਟ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਟੁੱਟ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਜੰਗ ਲੱਗਿਆ ਹੁੰਦਾ ਹੈ। ਉਹ ਸਟੱਡ ਜੋ ਹੈ ਮੈਨੀਫੋਲਡ ਦੇ ਵਿੱਚ ਹੀ ਰਹਿ ਜਾਂਦਾ ਹੈ। ਉਸ ਨੂੰ ਕੱਢਣ ਦੇ ਲਈ ਅਸੀਂ ਕੀ ਕਰਨੇ ਹਾਂ, ਇਸ ਨੂੰ ਵੈਲਡਿੰਗ ਦੇ ਨਾਲ ਗਰਮ ਕੀਤਾ ਜਾਂਦਾ ਹੈ ਜਾਂ ਫਿਰ ਅਸੀਂ ਇੱਕ ਨਟ ਲੈ ਕੇ ਉਸ ਨੂੰ ਸਟੱਡ ਦੇ ਉੱਪਰ ਵੈਲਡਿੰਗ ਕੀਤਾ ਜਾਂਦਾ ਹੈ। ਫਿਰ ਉਸ ਨਟ ਨੂੰ ਅਸੀਂ ਪਾਨੇ ਦੇ ਨਾਲ ਜਾਂ ਚਾਬੀ ਦੇ ਨਾਲ ਘੁਮਾਉਂਦੇ ਹਾਂ ਅਤੇ ਉਹ ਸਟੱਡ ਜੋ ਹੈ ਬਾਹਰ ਆ ਜਾਂਦਾ ਹੈ। ਕੈਸਿੰਗ ਕਾਕੇ ਦੇ ਉੱਪਰਲੇ ਬਾਹਰਲੇ ਟੁੱਟੇ ਹੋਏ ਸਟੱਡਾਂ ਨੂੰ ਕੱਢਣਾ। ਹੁਣ ਮੰਨ ਲਓ ਵੀਲ ਦਾ ਸਟੱਡ ਜੋ ਹੈ, ਹੱਬ ਦਾ ਸਟੱਡ ਟੁੱਟ ਗਿਆ ਹੈ, ਇਸ ਨੂੰ ਅਸੀਂ ਬਾਹਰ ਕੱਢਣਾ ਹੈ। ਜੇਕਰ ਅਸੈਂਬਲੀ ਯੂਨਿਟ ਦੇ ਉੱਪਰਲੇ ਸਟੱਡ ਟੁੱਟ ਜਾਣ, ਨਟਾਂ ਨੂੰ ਕੱਢ ਕੇ ਅਸੈਂਬਲੀ ਬਾਕ ਕਰ ਦਿਓ। ਅਸੀਂ ਬਾਕੀ ਜੋ ਪਈਆ ਹੈ ਉਸ ਨੂੰ ਅਲੱਗ ਕਰ ਦੇਣਾ ਹੈ ਅਤੇ ਉਹ ਸਟੱਡਾਂ ਨੂੰ ਅਲੱਗ ਕਰ ਦੇਣਾ ਹੈ। ਇਸ ਟੂਲ ਨੂੰ ਅਸੀਂ ਸਟੱਡ ਐਕਸਟ੍ਰੈਕਟਰ ਕਹਿੰਦੇ ਹਾਂ। ਜਦੋਂ ਇਸ ਟੂਲ ਦੇ ਉੱਤੇ ਐਕਸਟੈਂਸ਼ਨ ਜਾਂ ਟੀ ਹੈਂਡਲ ਲਗਾ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਸਟੱਡ ਨੂੰ ਖੋਲ੍ਹਣਾ ਹੋਵੇ ਉਸ ਸਟੱਡ ਨੂੰ ਇਸ ਸੁਰਾਖ ਦੇ ਵਿੱਚ ਪਾਇਆ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਹੈਂਡਲ ਨੂੰ ਘੁਮਾਉਂਦੇ ਹਾਂ ਤੇ ਇਸ ਦੇ ਅੰਦਰ ਦੇ ਗਰੂਵ ਜੋ ਹਨ, ਧਾਰੀਆਂ ਹਨ, ਉਹ ਸਟੱਡ ਨਾਲ ਮੈਚ ਕਰ ਜਾਂਦੀਆਂ ਹਨ ਅਤੇ ਜਦੋਂ ਅਸੀਂ ਇਸ ਨੂੰ ਘੁਮਾਉਂਦੇ ਹਾਂ ਤਾਂ ਸਟੱਡ ਜੋ ਹੈ ਬਾਹਰ ਆ ਜਾਂਦਾ ਹੈ। ਹੁਣ ਟੁੱਟੇ ਹੋਏ ਸਟੱਡ ਉੱਤੇ ਸਟੱਡ ਐਕਸਟ੍ਰੈਕਟਰ ਲਗਾ ਦਿਓ ਅਤੇ ਲੌਕ ਕਰ ਦਿਓ। ਹੁਣ ਸਟੱਡ ਐਕਸਟ੍ਰੈਕਟਰ ਨੂੰ ਹੌਲੀ ਹੌਲੀ ਘੁਮਾਓ, ਸਟੱਡ ਬਾਹਰ ਆ ਜਾਵੇਗਾ। ਪਿਆਰੇ ਬੱਚਿਓ, ਅੱਗੇ ਆਉਂਦਾ ਹੈ ਹੁਣ ਜੋ ਸਟੱਡ ਹੈ ਕੇਸਿੰਗ ਦੇ ਅੰਦਰ ਟੁੱਟ ਗਿਆ ਹੈ, ਬਾਹਰ ਬਿਲਕੁਲ ਵੀ ਹਿੱਸਾ ਨਹੀਂ ਨਜ਼ਰ ਆ ਰਿਹਾ। ਇੱਥੇ ਅਸੀਂ ਕੋਈ ਵੀ ਸਟੱਡ ਐਕਸਟ੍ਰੈਕਟਰ ਨਹੀਂ ਲਗਾ ਸਕਦੇ। ਹੁਣ ਅਸੀਂ ਕੀ ਕਰਾਂਗੇ, ਬਰੀਕ ਪੰਚਰ ਲੈ ਕੇ ਇਸ ਸਟੱਡ ਉੱਤੇ ਹਲਕੇ ਹਲਕੇ ਚੋਟ ਲਗਾਵਾਂਗੇ ਅਤੇ ਸਟੱਡ ਜੋ ਹੈ ਘੁੰਮਣਾ ਸ਼ੁਰੂ ਕਰ ਦੇਵੇਗਾ ਅਤੇ ਹੌਲੀ ਹੌਲੀ ਬਾਹਰ ਆਉਣਾ ਸ਼ੁਰੂ ਕਰ ਦੇਵੇਗਾ। ਇੱਕ ਬਰੀਕ ਪੰਚ ਦੀ ਟੁੱਟੇ ਹੋਏ ਸਟੱਡ ਦੇ ਉੱਪਰਲੇ ਥੋੜੇ ਨਾਲ ਸੱਟ ਲਗਾਓ। ਇਸ ਦੇ ਖੱਬੇ ਪਾਸੇ ਵੱਲ ਨੂੰ ਥੋੜੀ ਜਿਹੀ ਸੱਟ ਲਗਾਓ। ਇਹ ਸਟੱਡ ਦੇ ਬਾਕੀ ਦੇ ਹਿੱਸੇ ਨੂੰ ਢਿੱਲਾ ਕਰ ਦੇਵੇਗਾ। ਕੇਸਿੰਗ ਦੇ ਅੰਦਰੂਨੀ ਟੁੱਟੇ ਹੋਏ ਸਟੱਡ ਨੂੰ ਕੱਢਣਾ। ਜੇਕਰ ਇਹ ਕੰਮ ਨਾ ਕਰੇ, ਹੁਣ ਬਰੀਕ ਪੰਚ ਨਾਲ ਉਹ ਸਟੱਡ ਮੂਵ ਨਹੀਂ ਕਰ ਰਿਹਾ ਹੈ ਜਾਂ ਜ਼ਿਆਦਾ ਸਖਤ ਹੈ, ਤਾਂ ਉਸ ਫਿਰ ਕੀ ਕਰਨਾ, ਅਸੀਂ ਸਾਡੇ ਤੋਂ ਛੋਟੇ ਨਾਪ ਦੇ ਡਰਿਲ ਲੈ ਕੇ ਡਰਿਲ ਮਸ਼ੀਨ ਨਾਲ ਉਸ ਦੇ ਵਿੱਚ ਡਰਿਲ ਕਰਨਾ ਹੈ। ਹੁਣ ਸਟੱਡ ਦੇ ਵਿਚਕਾਰ ਡਰਿਲ ਕਰੋ। ਕੇਸਿੰਗ ਤੇ ਕਿਤੇ ਡਰਿਲ ਤੋਂ ਮਸ਼ੀਨ ਤਿੱਖੇ ਬੁਰਾਦੇ ਨੂੰ ਹਟਾ ਦਿਓ। ਅਸੀਂ ਉਸ ਡਰਿਲ ਨੂੰ ਸੁਰਾਖ ਨੂੰ ਸਾਫ਼ ਕਰਨਾ ਹੈ। ਸਹੀ ਨਾਪ ਦੇ ਟੈਪ ਦੀ ਵਰਤੋਂ ਕਰਕੇ ਅੰਦਰੂਨੀ ਚੂੜੀਆਂ ਦੀ ਡਰੈਸਿੰਗ ਕਰੋ। ਫਿਰ ਅਸੀਂ ਇਸ ਦੇ ਉੱਤੇ ਚੂੜੀਆਂ ਬਣਾਉਣੀਆਂ ਹਨ। ਜੋ ਸੁਰਾਖ ਕੀਤਾ ਹੈ ਉਸ ਨੂੰ ਚੂੜੀਆਂ ਵਿੱਚ ਬਦਲਣਾ ਹੈ। ਹੁਣ ਸਟੱਡ ਐਕਸਟ੍ਰੈਕਟਰ ਦੀ ਵਰਤੋਂ ਕਰਕੇ ਨਵਾਂ ਸਟੱਡ ਲਗਾਓ। ਫਿਰ ਅਸੀਂ ਕੀ ਕਰਨਾ ਹੈ, ਇਸ ਨੂੰ ਜੋ ਚੂੜੀਆਂ ਬਣਾਈਆਂ ਹਨ, ਸਟੱਡ ਐਕਸਟ੍ਰੈਕਟਰ ਆਉਂਦੇ ਹਨ ਜੋ ਚੂੜੀਆਂ ਦੇ ਨਾਲ ਕੰਮ ਕਰਦੇ ਹਨ, ਉਹ ਲਗਾ ਕੇ ਇਸ ਸਟੱਡ ਨੂੰ ਬਾਹਰ ਕਰਨਾ ਹੈ ਅਤੇ ਜੋ ਪੁਰਾਣੀ ਚੂੜੀਆਂ ਹਨ ਉਹਨਾਂ ਦੀ ਵੀ ਡਰੈਸਿੰਗ ਕਰਨੀ ਹੈ, ਉਹਨਾਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਤਾਂ ਉਸ ਜਗ੍ਹਾ ਤੇ ਨਵਾਂ ਸਟੱਡ ਲਗਾਉਣਾ ਹੈ। ਮੇਰੇ ਬੱਚਿਓ, ਇਸ ਨੂੰ ਅਸੀਂ
ਐਂਟੀ ਕੋਰੋਜ਼ਨ ਵੀ ਕਹਿੰਦੇ ਹਾਂ ਜਾਂ ਜੰਗ ਰੋਧਕ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਕੈਨ ਜੋ ਹਨ ਮਾਰਕੀਟ ਵਿੱਚ ਆਮ ਤੌਰ ਤੇ ਮਿਲਦੇ ਹਨ। ਜਦੋਂ ਵੀ ਕੋਈ ਨਟ ਬੋਲਟ ਨਾ ਖੁੱਲਦਾ ਹੋਵੇ ਤਾਂ ਅਸੀਂ ਇਸ ਲਿਕੁਇਡ ਦੀ ਸਪਰੇਅ ਜੋ ਹੈ ਉਸ ਨਟ ਬੋਲਟ ਤੇ ਕਰਦੇ ਹਾਂ, ਥੋੜਾ ਸਮਾਂ ਉਸ ਨੂੰ ਛੱਡ ਦਿੰਦੇ ਹਾਂ ਤਾਂ ਇਹ ਰਸਾਇਣਿਕ ਜੋ ਹੈ ਉਸ ਜੰਗ ਨਾਲ ਕਿਰਿਆ ਕਰਕੇ ਉਸ ਨਟ ਬੋਲਟ ਨੂੰ ਜੋ ਹੈ ਫ੍ਰੀ ਕਰ ਦਿੰਦਾ ਹੈ। ਕਹਿਣ ਤੋਂ ਭਾਵ ਹੈ ਜੰਗ ਤੋਂ ਰਾਹਤ ਦਿੰਦਾ ਹੈ। ਜੰਗ ਰੋਧਕ ਦੀ ਵਰਤੋਂ ਫਾਸਟਨਰ ਵਾਲੀ ਥਾਂ ਤੋਂ ਮਿੱਟੀ ਅਤੇ ਜੰਗ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਫਾਸਟਨਰ ਕੱਢਣ ਅਤੇ ਬਦਲਣ ਦੀ ਪ੍ਰਕਿਰਿਆ ਵਿੱਚ ਆਸਾਨੀ ਹੋ ਜਾਂਦੀ ਹੈ। ਅੱਜ ਕੱਲ੍ਹ ਇੰਡੀਅਨ ਮਾਰਕੀਟ ਵਿੱਚ ਬਾਹਰਲੇ ਅਤੇ ਆਪਣੇ ਦੇਸ਼ਾਂ ਵਿੱਚ ਬਣੇ ਜੰਗ ਰੋਧਕ ਉਪਲਬਧ ਹਨ। ਜੰਗ ਰੋਧਕ ਕੈਨ ਜੋ ਦਿਖਾਇਆ ਗਿਆ ਹੈ, ਇਸ ਤਰ੍ਹਾਂ ਦੇ ਕਾਫੀ ਕੈਨ ਜੋ ਹਨ ਮਾਰਕੀਟ ਵਿੱਚ ਆਉਂਦੇ ਹਨ। ਪਰ ਇਸ ਦੀ ਵਰਤੋਂ ਕਰਦੇ ਵੇਲੇ ਇੱਕ ਗੱਲ ਬੱਚੇ ਤੁਸੀਂ ਧਿਆਨ ਰੱਖਣੀ ਹੈ, ਇਸ ਨੂੰ ਕਦੀ ਵੀ ਅੱਗ ਦੇ ਨੇੜੇ ਵਰਤੋਂ ਨਹੀਂ ਕਰਨੀ ਹੈ। ਕੋਈ ਪਦਾਰਥ ਗਰਮ ਹੈ ਉਸ ਦੇ ਉੱਤੇ ਇਸ ਦੀ ਵਰਤੋਂ ਨਹੀਂ ਕਰਨੀ ਹੈ, ਕਿਉਂਕਿ ਇਸ ਦੇ ਵਿੱਚ ਅਲਕੋਹਲ ਹੁੰਦੀ ਹੈ ਜਿਸ ਦੇ ਨਾਲ ਜੋ ਹੈ ਅੱਗ ਲੱਗਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਹਨ। ਇਸ ਲਈ ਅੱਗ ਦੇ ਨੇੜੇ ਇਸ ਪਦਾਰਥ ਦੀ ਵਰਤੋਂ ਸਪਰੇਅ ਨਹੀਂ ਕਰਨੀ ਹੈ। ਇਸ ਤਰ੍ਹਾਂ ਪਿਆਰੇ ਬੱਚਿਓ, ਇਸ ਪਾਠ ਦੇ ਵਿੱਚ ਅਸੀਂ ਪੜ੍ਹਿਆ ਟੁੱਟੇ ਖਰਾਬ ਹੈੱਡ ਵਾਲੇ ਪੇਚ ਨੂੰ ਹਟਾਉਣਾ ਜਾਂ ਕੱਢਣਾ। ਖਰਾਬ ਪੇਚ ਨੂੰ ਕੱਢਣ ਦੇ ਕਿਹੜੇ-ਕਿਹੜੇ ਪੜਾਅ ਹੁੰਦੇ ਹਨ, ਬਿਨਾਂ ਹੈੱਡ ਵਾਲੇ ਪੇਚ ਨੂੰ ਕਿਸ ਤਰ੍ਹਾਂ ਹਟਾਇਆ ਜਾਂਦਾ ਹੈ, ਅਸੈਂਬਲੀ ਵਿੱਚ ਟੁੱਟੇ ਬਿਨਾਂ ਹੈੱਡ ਵਾਲੇ ਪੇਚ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾਂਦਾ ਹੈ, ਟੁੱਟੀ ਖਰਾਬ ਚੂੜੀ ਵਾਲੇ ਸਟੱਡ ਨੂੰ ਕਿਸ ਤਰ੍ਹਾਂ ਕੱਢਦੇ ਹਨ, ਕੈਸਿੰਗ ਦੇ ਅਗਰ ਸਟੱਡ ਜੋ ਹੈ ਕੈਸਿੰਗ ਦੇ ਖਾਕੇ ਦੇ ਅੰਦਰ ਟੁੱਟ ਗਿਆ ਹੈ ਤਾਂ ਜਾਂ ਬਾਹਰ ਹੈ ਉਸ ਨੂੰ ਕਿਸ ਤਰ੍ਹਾਂ ਕੱਢਿਆ ਜਾਂਦਾ ਹੈ, ਅਗਰ ਕੈਸਿੰਗ ਦੇ ਅੰਦਰ ਜੋ ਹੈ ਸਟੱਡ ਟੁੱਟ ਗਿਆ ਹੈ ਤਾਂ ਉਸ ਨੂੰ ਅਸੀਂ ਅਸੈਂਬਲੀ ਦੇ ਅੰਦਰੋਂ ਕਿਸ ਤਰ੍ਹਾਂ ਬਾਹਰ ਕੱਢਦੇ ਹਾਂ। ਇਹ ਸਾਰੀ ਵਿਧੀਆਂ ਬਾਰੇ ਤੁਸੀਂ ਜਾਣਕਾਰੀ ਹਾਸਿਲ ਕੀਤੀ ਹੈ। ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ। ਇਸ ਵੀਡੀਓ ਦੇ ਵਿੱਚ ਅਸੀਂ ਜੋ ਡਿਸਕਸ ਕੀਤਾ ਉਹ ਸੀ ਆਟੋਮੋਟਿਵ ਵਾਸ਼ਰ ਅਤੇ ਰਿਬਟ। ਆਟੋਮੋਟਿਵ ਵਾਸ਼ਰ ਦੇ ਵਿੱਚ ਅਸੀਂ ਪੜ੍ਹਿਆ ਕਿ ਆਟੋਮੋਟਿਵ ਵਾਸ਼ਰ ਕਿਹਨੂੰ ਕਿਹਾ ਜਾਂਦਾ ਹੈ, ਆਟੋਮੋਟਿਵ ਵਾਸ਼ਰ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ, ਆਟੋਮੋਟਿਵ ਵਾਸ਼ਰ ਕਿਸ ਮਟੀਰੀਅਲ ਦੇ ਬਣੇ ਹੁੰਦੇ ਹਨ, ਰਿਬਟ ਕਿਹਨੂੰ ਕਿਹਾ ਜਾਂਦਾ ਹੈ, ਰਿਬਟ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਇਸ ਦੇ ਨਾਲ ਅਸੀਂ ਪੜ੍ਹਿਆ ਸਪਲਿਟ ਪਿਨ ਕਿਹਨੂੰ ਕਿਹਾ ਜਾਂਦਾ ਹੈ, ਸਰਕਲਿਪ ਕਿਸ ਨੂੰ ਕਿਹਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਆਟੋਮੋਬਾਈਲ ਦੇ ਵਿੱਚ ਕਿੱਥੇ ਕੀਤੀ ਜਾਂਦੀ ਹੈ, ਸਪਰਿੰਗ ਪਿਨ ਕਿਸ ਨੂੰ ਕਿਹਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਆਟੋਮੋਬਾਈਲ ਦੇ ਵਿੱਚ ਕਿੱਥੇ ਕੀਤੀ ਜਾਂਦੀ ਹੈ। ਦੂਸਰੇ ਟੌਪਿਕ ਦੇ ਵਿੱਚ ਅਸੀਂ ਪੜ੍ਹਿਆ ਕਿ ਜੋ ਹੈ ਸਟੱਡ ਅਤੇ ਫਾਸਟਨਰ ਨੂੰ ਅਸੀਂ ਜੋ ਖਰਾਬ ਹੋਏ ਫਾਸਟਨਰ ਨੂੰ ਗੱਡੀ ਦੇ ਵਿੱਚ ਕਿਸ ਤਰ੍ਹਾਂ ਰਿਪੇਅਰ ਕਰ ਸਕਦੇ ਹਾਂ। ਪਹਿਲੇ ਵਿੱਚ ਅਸੀਂ ਪੜ੍ਹਿਆ ਕਿ ਜੋ ਹੈ ਪੇਚ ਜੋ ਹੈ ਉਸ ਦਾ ਹੈਡ ਜੋ ਖਰਾਬ ਹੋ ਗਿਆ ਹੈ ਉਸ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾ ਸਕਦਾ ਹੈ, ਅਗਰ ਪੇਚ ਦਾ ਹੈਡ ਟੁੱਟ ਗਿਆ ਹੈ ਉਸ ਨੂੰ ਅਸੈਂਬਲੀ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕਦਾ ਹੈ, ਅਗਰ ਸਟੱਡ ਦਾ ਜੋ ਹੈ ਟੁੱਟ ਗਿਆ ਹੈ ਅਸੈਂਬਲੀ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾ ਸਕਦਾ ਹੈ, ਅਗਰ ਸਟੱਡ ਜੋ ਹੈ ਖਰਾਬ ਹੋ ਗਿਆ ਹੈ ਉਸ ਨੂੰ ਅਸੀਂ ਕਿਸ ਤਰ੍ਹਾਂ ਰਿਪੇਅਰ ਕਰ ਸਕਦੇ ਹਾਂ। ਇਸ ਦੇ ਨਾਲ ਅਸੀਂ ਪੜ੍ਹਿਆ ਅਗਰ ਸਟੱਡ ਜੋ ਹੈ ਅਸੈਂਬਲੀ ਦੇ ਵਿੱਚ ਟੁੱਟ ਗਿਆ ਹੈ ਉਸ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾਂਦਾ ਹੈ। ਮੈਨੂੰ ਆਸ਼ਾ ਹੈ ਤੁਹਾਨੂੰ ਮੇਰਾ ਅੱਜ ਦਾ ਇਹ ਵੀਡੀਓ ਪਸੰਦ ਆਇਆ ਹੋਵੇਗਾ, ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ ਵੈਰੀ ਮਚ।